मैं मूर्ख की केतक बात है, कोट पराधी तरिया रे। गुर नानक जिन सुनिया पेखिया, से फिर गरबास ना परिया रे। मोरी रुण झुण लाया, भैणे सावण आया। नानक सावण जे वसै, चाहो ओ माहा होए। नागां मिर्गां मच्छियां, रसियां घर धन होए। नानक सावण जे वसै, चाहो वेछोड़ा होए। गाई पुत्ता निर्धना, पंथी चाकर होए। सो कहो टल गुर सेविया, अहनिस सहज सुभाए। दर्शन परसिया गुरु कै, जन्म मरण दुख जाए। सतनाम श्री वाहिगुरु साहिब जी। सावण सरसी बामणी, चरण कमल सिव प्यार। मन तन रता सच रंग, इको नाम आधार। सावण सरसी बामणी, चरण कमल सिव प्यार। मन तन रता सच रंग, इको नाम आधार। लिखिया रंग कूड़ा लिया, लिसन सते चार। हरि अमृत बूंद सुहावणी, मिल साधु पीवन हार। वाणा तेण प्राप संग मोह लिया, समर्थ पुरख अपार। हर मिलने दो मन लो जुदा, परम मिलावन हार। गिनी सखिए प्रभ पाए, हाँ तिनके सद बलिहार। नानक हर जी मया कर, सबद सवारण हार। सावण किला सुहागणी, जिन राम नाम गुरहार। नानक हर जी मया कर, सबद सवारण हार। सावण किला सुहागणी, जिन राम नाम गुरहार। वाहिगुरु जी का खालसा, वाहिगुरु जी की फतेह। दसां पातशाहियां दी जोत, तਖਤ ਚੌਰ ਛਤਰ ਦੇ ਮਾਲਕ, ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ, ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਣੇ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ।
ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਅੱਜ ਸਾਵਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਤੇ ਸੰਗਰਾਂਦ ਕਹਿੰਦੇ ਹਨ ਮਹੀਨੇ ਦੇ ਪਹਿਲੇ ਦਿਨ ਨੂੰ। ਉਂਝ ਸੰਸਕ੍ਰਿਤ ਦਾ ਅੱਖਰ ਹੈ ਸੰਕਰਾਂਤ, ਉਹਦੇ ਤੋਂ ਬਦਲ ਕਰਕੇ ਸੰਗਰਾਂਦ ਬਣਿਆ ਹੈ। ਸੰਗ ਭਲੀ ਪ੍ਰਕਾਰ, ਕ੍ਰਾਂਤ ਕ੍ਰਾਂਤੀ, ਤਬਦੀਲੀ, ਸਮੇਂ ਦੇ ਵਿੱਚ ਬਦਲਾਅ ਜਿਸ ਵੇਲੇ ਆਉਂਦਾ ਹੈ, ਔਰ ਇਸ ਨੂੰ ਸੰਗਰਾਂਦ ਆਖਿਆ ਹੈ। ਸੂਰਜ ਦੇ ਲਿਹਾਜ਼ ਦੇ ਨਾਲ ਇਹ ਰੁੱਤਾਂ, ਇਹ ਵਾਰ, ਇਹ ਦਿਨ, ਮਹੀਨੇ ਬਣੇ ਹਨ। ਸਾਧ ਸੰਗਤ ਜੀ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਇਹ ਕਰਤਾ ਪੁਰਖ ਨੇ ਸਾਰੇ ਇਹ ਰਚਨਾ ਕੀਤੀ ਹੈ। ਵੱਖ ਵੱਖ ਇਹ ਸ੍ਰਿਸ਼ਟੀ ਦੇ ਵਿੱਚ ਵੇਸ ਜਿਹੜੇ ਹਨ ਉਹ ਪੈਦਾ ਕੀਤੇ ਹਨ। ਇੱਕ ਸਾਲ ਦੇ ਵਿੱਚ ਜਿੱਥੇ 12 ਮਹੀਨੇ ਆ, ਉੱਥੇ 6 ਰੁੱਤਾਂ ਹਨ ਇੱਕ ਸਾਲ ਦੇ ਵਿੱਚ। ਗੁਰਬਾਣੀ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਜਿੱਥੇ 12 ਮਹੀਨਿਆਂ ਦੁਆਰਾ ਉਪਦੇਸ਼ ਬਖਸ਼ਿਆ ਹੈ, ਉੱਥੇ 6 ਰੁੱਤਾਂ ਦੇ ਰਾਹੀਂ ਵੀ ਉਪਦੇਸ਼ ਦਿੱਤਾ। 2 ਮਹੀਨਿਆਂ ਦੀ ਇੱਕ ਰੁੱਤ ਹੁੰਦੀ ਹੈ। ਜੋ ਪਿਛਲੀ ਰੁੱਤ ਲੰਘੀ ਹੈ 2 ਮਹੀਨਿਆਂ ਦੀ, ਜੇਠ ਤੇ ਹਾੜ ਮਹੀਨਾ, ਉਸ ਨੂੰ ਗਰੀਖਮ ਰੁੱਤ ਆਖਿਆ ਹੈ। ਅੱਤ ਦੀ ਗਰਮੀ ਦੀ ਰੁੱਤ ਆਪਾਂ ਸਾਰੇ ਹੀ ਜਾਣਦੇ ਹਾਂ ਵੀ ਕਿੰਨੀ ਗਰਮੀ ਪਈ ਹੈ ਪਿਛਲੇ ਮਹੀਨਿਆਂ ਦੇ ਵਿੱਚ। ਗੁਰਬਾਣੀ 'ਚ ਗੁਰੂ ਸਾਹਿਬ ਜੀ ਨੇ ਕਥਨ ਕੀਤਾ ਹੈ, ਗਰੀਖਮ ਰੁੱਤ ਅੱਤ ਗਾਖੜੀ, ਜੇਠ ਅਖਾੜੈ ਘਾਮ ਜੀਓ। ਇਹ ਅੱਤ ਦੀ ਇਹ ਗਾਖੜੀ ਗਰੀਖਮ ਗਰਮੀ ਦੀ ਰੁੱਤ ਹੈ, ਜਿਹਦੇ ਵਿੱਚ ਅੱਤ ਦੀ ਘਾਮ ਗਰਮੀ ਪੈਂਦੀ ਹੈ ਜੇਠ ਤੇ ਹਾੜ ਮਹੀਨੇ ਦੇ ਵਿੱਚ। ਇਹ ਵੀ ਸਾਧ ਸੰਗਤ ਜੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਸਾਰੀਆਂ ਹੀ ਰੁੱਤਾਂ, ਸਾਰਾ ਹੀ ਸਮਾਂ ਜਿਹੜਾ ਹੈ ਉਹ ਚੱਲਦਾ ਹੈ। ਤੇ ਅੱਜ ਸਾਵਣ ਦਾ ਮਹੀਨਾ ਆਰੰਭ ਹੋਇਆ ਹੈ। ਇਹ ਸਾਵਣ ਤੇ ਭਾਦਰੋਂ 2 ਮਹੀਨਿਆਂ ਦੀ ਰੁੱਤ ਨੂੰ ਪਾਵਸ ਰੁੱਤ ਆਖਿਆ। ਬਰਸਾਤ ਦੀ ਰੁੱਤ, ਵਰਖਾ ਦੀ ਰੁੱਤ, ਮੀਂਹ ਦੀ ਰੁੱਤ। ਔਰ ਅੱਜ ਜਿੱਥੇ ਸੰਗਰਾਂਦ ਦਾ ਦਿਹਾੜਾ ਹੈ, ਉੱਥੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਸ਼ਹੀਦ, ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਹੈ, ਜਿਨ੍ਹਾਂ ਨੇ 1745 ਈਸਵੀ 1802 ਵਿਕਰਮੀ ਸੰਮਤ ਨੂੰ ਲਾਹੌਰ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਤੋ ਗਰੀਬ ਨਵਾਜ਼ ਸਾਹਿਬ ਜੀ ਨੇ ਹਰੇਕ ਪੱਖ ਤੋਂ ਸਾਨੂੰ ਅੰਮ੍ਰਿਤ ਬਾਣੀ ਦੇ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। 6 ਰੁੱਤਾਂ ਦੇ ਦੁਆਰਾ ਵੀ, 12 ਮਹੀਨਿਆਂ ਦੇ ਰਾਹੀਂ ਵੀ। ਇਸੇ ਤਰ੍ਹਾਂ ਫਿਰ 2 ਪੱਖ ਵਾ 15-15 ਦਿਨਾਂ ਦੇ, ਚਾਨਣਾ ਪੱਖ ਤੇ ਹਨੇਰਾ ਪੱਖ, ਪੁੰਨਿਆ ਤੋਂ ਮੱਸਿਆ ਤੱਕ ਤੇ ਮੱਸਿਆ ਤੋਂ ਪੁੰਨਿਆ ਤੱਕ। ਇਹ ਜਿਹੜਾ ਮਹੀਨੇ ਦੇ 2 ਪੱਖ ਵਾ, ਇਹਨਾਂ ਨੂੰ ਥਿੱਤਾਂ ਆਖਿਆ। ਤੇ ਸਤਿਗੁਰੂ ਜੀ ਨੇ ਥਿੱਤੀ ਬਾਣੀ ਉਚਾਰਨ ਕਰਕੇ 15 ਥਿੱਤਾਂ ਰਾਹੀਂ ਵੀ ਉਪਦੇਸ਼ ਬਖਸ਼ਿਸ਼ ਕੀਤਾ ਗੁਰਬਾਣੀ ਦੇ ਅੰਦਰ। ਇਸੇ ਤਰ੍ਹਾਂ 7 ਵਾਰ ਉਚਾਰਨ ਕਰਕੇ 7 ਵਾਰਾਂ ਦੇ ਰਾਹੀਂ ਵੀ ਮਹਾਰਾਜ ਨੇ ਉਪਦੇਸ਼ ਦਿੱਤਾ। ਜੋ ਕੱਲ ਸ੍ਰੀ ਮੁਖਵਾਕ ਮਹਾਰਾਜ ਨੇ ਫਰਮਾਇਆ ਸੀ, ਬਿਲਾਵਲ ਰਾਗ ਦੇ ਅੰਦਰ 3 ਪਾਤਸ਼ਾਹ ਜੀ ਨੇ ਉਹਦਾ ਸਰਲੇਖ ਹੀ 7 ਵਾਰ, ਤੇ ਉਹਦੇ ਵਿੱਚ 7 ਵਾਰਾਂ ਦਾ ਜ਼ਿਕਰ ਕਰਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਨੇ 7 ਵਾਰਾਂ ਦੇ ਰਾਹੀਂ ਉਪਦੇਸ਼ ਦਿੱਤਾ। ਆਰੰਭਤਾ ਕੀਤੀ ਐਤਵਾਰ ਤੋਂ। ਗੁਰਬਾਣੀ ਦੇ ਅੰਦਰ ਜਦੋਂ ਆਪਾਂ ਪੜ੍ਹਦੇ ਹਾਂ ਤੇ ਪਹਿਲਾ ਵਾਰ ਹੈ ਐਤਵਾਰ। ਉਂਝ ਆਮ ਕਰਕੇ ਸੰਸਾਰੀ ਲੋਕ ਕਹਿੰਦੇ ਵੀ ਪਹਿਲਾ ਵਾਰ ਸੋਮਵਾਰ ਹੈ, ਉਹ ਕਹਿੰਦੇ ਵੀ 7ਵਾਂ ਵਾਰ ਜਿਹੜਾ ਇਹ ਐਤਵਾਰ ਹੈ, ਤੇ ਐਤਵਾਰ ਕਹਿੰਦੇ ਵੀ ਇਹ ਛੁੱਟੀ ਦਾ ਦਿਨ। ਪਰ ਗੁਰਬਾਣੀ ਦੇ ਅੰਦਰ ਪਹਿਲਾ ਵਾਰ ਐਤਵਾਰ ਹੈ, ਆਦਿ ਐਤਵਾਰ। ਤੋ ਸਤਿਗੁਰੂ ਗਰੀਬ ਨਵਾਜ਼ ਸਾਹਿਬ ਜੀ ਨੇ ਹਫ਼ਤੇ ਦੇ 7 ਵਾਰਾਂ ਰਾਹੀਂ ਵੀ ਉਪਦੇਸ਼ ਦਿੱਤਾ।
फिर दिन रैन बाणी भी महाराज ने उच्चारण की, जिहदे विच दिन ते रात का जिक्र करदिआं होइआं उपदेश दिता। फिर दिन ते रात विच 24 घंटिਆਂ ਦੇ 8 ਪਹਿਰ ਹਨ, 4 ਪਹਿਰ दिन ते 4 ਪਹਿਰ रात, ਤੇ ਪਹਿਰਿਆਂ ਦੇ ਵਿੱਚ ਵੀ ਉਪਦੇਸ਼ ਦਿੱਤਾ ਮਹਾਰਾਜ ਚੌਵਾਂ ਪਹਿਰਾਂ ਦੇ ਰਾਹੀਂ। ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ 4 ਗਵਾਇਆ ਹੰਡ ਕੈ, 4 ਗਵਾਇਆ ਸਮ, 4 ਪਹਿਰ ਦਿਨ ਦੇ 4 ਰਾਤ ਦੇ, ਵੀ 4 ਪਹਿਰ ਤੋਂ ਕੰਮਾਂ ਕਾਰਾਂ ਵਿੱਚ ਗਵਾ ਦਿੱਤੇ, 4 ਪਹਿਰ ਸੌਂ ਕੇ ਗਵਾ ਦਿੱਤੇ। ਫਰੀਦਾ 4 ਗਵਾਇਆ ਹੰਡ ਕੈ, 4 ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋਂ ਕਿਹੜੇ ਕੰਮ। ਰੱਬ ਨੇ ਲੇਖਾ ਮੰਗਣਾ ਵੀ ਬੰਦਿਆ ਤੂੰ ਕਿਹੜੇ ਕੰਮ ਆਇਆ ਸੀ ਤੇ ਕਿਹੜਾ ਕੰਮ ਕਰ ਰਿਹਾ। ਜਿਸ ਕੰਮ ਵਾਸਤੇ ਆਇਆ ਸੀ, ਪ੍ਰਭੂ ਦੀ ਭਗਤੀ ਕਰਨ ਵਾਸਤੇ ਆਇਓ ਸੁਣਨ ਪੜ੍ਹਨ ਕਉ ਬਾਣੀ, ਉਹ ਕੰਮ ਨਹੀਂ ਕਰਦਾ। ਆਇਓ ਸੁਣਨ ਪੜ੍ਹਨ ਕਉ ਬਾਣੀ, ਨਾਮ ਵਿਸਾਰ ਲੱਗਹਿ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਇਸੇ ਤਰ੍ਹਾਂ ਗਰੀਬ ਨਵਾਜ ਸਾਹਿਬ ਜੀ ਨੇ ਜਨਮ ਤੋਂ ਲੈ ਕੇ ਮਰਨ ਪਰਯੰਤ ਸਾਰੇ ਜੀਵਨ ਨੂੰ ਸਫਲਾ ਕਰਨ ਵਾਸਤੇ ਹਰੇਕ ਪੱਖ ਤੋਂ ਗੁਰਬਾਣੀ ਅੰਦਰ ਉਪਦੇਸ਼ ਬਖਸ਼ਿਆ। ਜਨਮ ਸੰਸਕਾਰ ਦੇ ਸੰਬੰਧ ਵਿੱਚ ਉਪਦੇਸ਼ ਦਿੱਤਾ, ਵਿਦਿਆ ਸੰਸਕਾਰ ਦੇ ਸੰਬੰਧ ਵਿੱਚ ਉਪਦੇਸ਼ ਦਿੱਤਾ, ਆਨੰਦ ਕਾਰਜ ਸੰਸਕਾਰ ਸਫਲਾ ਕਰਨ ਵਾਸਤੇ। ਤੀਜੇ ਪਾਤਸ਼ਾਹ ਦੇ ਵਕਤ ਆਨੰਦ ਸਾਹਿਬ ਬਾਣੀ ਪੜ੍ਹ ਕੇ ਮਾਰੇ ਆਨੰਦ ਕਾਰਜ ਕਰਿਆ ਕਰਦੇ। ਚੌਥੇ ਪਾਤਸ਼ਾਹ ਨੇ ਇਹ ਵਿਆਹ ਦਾ ਕਾਰਜ ਸਫਲਾ ਕਰਨ ਵਾਸਤੇ ਲਾਵਾਂ ਉਚਾਰਨ ਕੀਤੀਆਂ। 4 ਲਾਵਾਂ ਦੇ ਵਿੱਚ ਇਹ ਜ਼ਿੰਦਗੀ ਦੇ ਜੀਵਨ ਦੇ 4 ਪੜਾਵਾਂ ਦਾ ਉਪਦੇਸ਼ ਬਖਸ਼ਿਆ। ਇਹ ਸੰਸਾਰੀ ਕਾਰਜ ਵੀ ਸਿੱਧ ਹੋ ਜਾਵੇ ਤੇ ਪਰਮਾਰਥ ਦੀ ਸਿੱਧੀ ਵੀ ਹੋ ਜਾਵੇ। ਇਸੇ ਤਰ੍ਹਾਂ ਅੰਮ੍ਰਿਤ ਸੰਸਕਾਰ, ਇਹਦੇ ਸੰਬੰਧ ਵਿੱਚ ਵੀ ਉਪਦੇਸ਼ ਦਿੱਤਾ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਅਜੰਤ ਸਭ ਤੁਧਿ ਉਪਾਏ, ਇਕ ਵੇਖ ਪਰਸਣ ਆਇਆ, ਲਵ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹੈ ਨਾਨਕ ਜਿਸਨੂੰ ਆਪ ਤੁਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ। ਫਿਰ ਅੰਤਮ ਸੰਸਕਾਰ ਨੂੰ ਸਫਲ ਕਰਨ ਵਾਸਤੇ, ਜੀਵਨ ਦਾ ਉਹ ਪੜਾਅ ਸਫਲ ਕਰਨ ਵਾਸਤੇ ਵੀ ਉਪਦੇਸ਼ ਬਖਸ਼ਿਆ। ਮਹਾਰਾਜ ਸਾਹਿਬ ਜੀ ਨੇ ਅਲਾਹਣੀਆਂ ਬਾਣੀ ਉਚਾਰਨ ਕੀਤੀ ਔਰ ਆਖਿਆ ਵੀ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਇਸ ਬਾਣੀ ਦਾ ਪਾਠ ਕਰਿਆ ਕਰੋ, ਇਹ ਸਮਾਂ ਵੀ ਸਫਲਾ ਹੋਵੇ ਤੁਹਾਡਾ। ਹਰੇਕ ਜੀਵਨ ਦੇ ਪੱਖ ਤੇ, ਹਰੇਕ ਪੜਾਅ ਤੇ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਦੇ ਅੰਦਰ ਉਪਦੇਸ਼ ਦਿੱਤਾ ਹੈ। ਬਲਕਿ ਗੁਰਬਾਣੀ ਅੰਦਰ ਤੇ ਜਨਮ ਤੋਂ ਪਹਿਲਾਂ ਦਾ ਵੀ ਜ਼ਿਕਰ ਕੀਤਾ ਹੈ ਤੇ ਮਰਨ ਤੋਂ ਬਾਅਦ ਦਾ ਵੀ ਜ਼ਿਕਰ ਕੀਤਾ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ, ਮਨਹੁ ਕਿਉ ਵਿਸਾਰੀਐ ਵੱਡ ਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ। ਫਿਰ ਇਸੇ ਤਰ੍ਹਾਂ ਆਖਿਆ ਵੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ। ਇਹ ਬਾਤ ਦਾ ਵੀ ਜ਼ਿਕਰ ਕੀਤਾ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ 12 ਮਹੀਨਿਆਂ ਨੂੰ ਸਫਲ ਕਰਨ ਵਾਸਤੇ 12 ਮਾਹ ਬਾਣੀ ਉਚਾਰਨ ਕੀਤੀ। 12 ਮਹੀਨਿਆਂ ਰਾਹੀਂ ਵੀ ਉਪਦੇਸ਼ ਦਿੱਤਾ। ਜੋ ਮਾਝ ਰਾਗ ਦੇ ਅੰਦਰ 5ਵੇਂ ਪਾਤਸ਼ਾਹ ਜੀ ਨੇ 12 ਮਾਹ ਦੀ ਬਾਣੀ ਉਚਾਰਨ ਕੀਤੀ ਹੈ, ਇਸ ਦੀ ਉਥਾਣਕਾ ਹੈ ਸਾਧ ਸੰਗਤ ਜੀ ਕਿ ਚੇਤ ਮਹੀਨੇ ਦੀ ਸੰਗਰਾਂਦ ਦਾ ਦਿਨ ਸੀ ਤੇ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੋਭਨੀਕ ਹਨ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿੱਥੇ ਦੀਵਾਨ ਹਾਲ ਮੰਜੀ ਸਾਹਿਬ ਹੈ, ਉਹਦੇ ਬਾਰ-ਬਾਰ ਸਤਿਗੁਰੂ ਸਾਹਿਬ ਜੀ ਸੋਭਨੀਕ ਸਨ। ਉਸ ਸਥਾਨ ਤੇ ਜਿੱਥੇ ਅੱਜ ਕੱਲ੍ਹ ਆਪਾਂ ਜੋੜੇ ਘਰ ਦੇ ਵਾਲੇ ਪਾਸਿਓਂ ਦਰਬਾਰ ਸਾਹਿਬ ਨੂੰ ਜਾਈਏ ਤੇ ਖੱਬੇ ਪਾਸੇ ਦੀਵਾਨ ਹਾਲ ਹੈ ਤੇ ਸੱਜੇ ਪਾਸੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਲੰਗਰ ਹੈ, ਜਿੱਥੇ ਸੰਗਤਾਂ ਚਰਨ ਧੋ ਕੇ ਅੱਗੇ ਲੰਘਦੀਆਂ। ਚਰਨ ਗੰਗਾ ਬਣੀ ਹੋਈ ਹੈ, ਪੈਰ ਧੋ ਕੇ ਅੱਗੇ ਸੰਗਤਾਂ ਲੰਘਦੀਆਂ। ਉਸ ਥਾਂ ਦੇ ਉੱਤੇ ਨਾਲ ਹੀ ਖੱਬੇ ਪਾਸੇ ਉਹ ਸੰਗਮਰਮਰ ਦਾ ਮੰਜੀ ਸਾਹਿਬ ਬਣਿਆ ਹੋਇਆ, ਪਾਲਕੀ ਸਾਹਿਬ ਸੋਭਨੀਕ ਹੈ। ਉੱਥੇ ਸਤਿਗੁਰੂ ਜੀ ਬੈਠੇ ਹੋਏ ਸਨ ਸੰਗਤਾਂ ਦੇ ਵਿੱਚ। ਤੇ ਹਰੇਕ ਸੰਗਰਾਂਦ ਦੇ ਦਿਹਾੜੇ ਤੇ ਇੱਕ ਪੰਡਤ ਉਹ ਮਹਾਰਾਜ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਆ ਕਰਕੇ ਕਥਾ ਸੁਣਾਇਆ ਕਰਦਾ ਸੀ। ਉਹਨੇ ਬੇਨਤੀ ਕੀਤੀ ਸੀ ਕਿ ਮਹਾਰਾਜ, ਮੈਂ ਵਿਦਿਆ ਬਹੁਤ ਪੜ੍ਹੀ ਹੋਈ ਹੈ, ਮੇਰੇ ਤੋਂ ਕੋਈ ਕਥਾ ਨਹੀਂ ਸੁਣਦਾ।
ਤੇ ਮੈਨੂੰ ਕਿਰਪਾ ਕਰੋ, ਆਗਿਆ ਬਖਸ਼ੋ, ਮੈਂ ਆਪ ਜੀ ਦੀ ਹਾਜ਼ਰੀ ਦੇ ਵਿੱਚ ਸੰਗਤਾਂ ਨੂੰ ਕਥਾ ਸੁਣਾ ਜਾਇਆ ਕਰਾਂ। ਸਤਿਗੁਰੂ ਜੀ ਨੇ ਆਗਿਆ ਦਿੱਤੀ ਤੇ ਨਾਲੇ ਮਹਾਰਾਜ ਸਾਹਿਬ ਜੀ ਨੇ ਕਿਹਾ ਵੀ ਮਹੀਨੇ ਵਾਲੇ ਦਿਨ ਮਹੀਨੇ ਦਾ ਫਲਾਦੇਸ਼ ਵੀ ਸੰਗਤਾਂ ਨੂੰ ਸੁਣਾ ਜਾਇਆ ਕਰ। ਫਿਰ ਮਹੀਨੇ ਵਾਲੇ ਦਿਨ ਵੀ ਉਹਨੇ ਕਥਾ ਕਰਨੀ, ਸੰਗਰਾਂਦ ਵਾਲੇ ਦਿਨ। ਤਾਂ ਜਦੋਂ ਚੇਤ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸੀ ਤੇ ਉਸ ਦਿਨ ਉਹ ਆਇਆ ਹੀ ਨਾ। ਆਇਆ ਕਿਉਂ ਨਾ? ਕਿਉਂਕਿ ਕੁਝ ਮਹੀਨੇ ਜਦੋਂ ਕਥਾ ਕਰਦਾ ਰਿਹਾ, ਸੰਗਤਾਂ ਮਾਇਆ ਦਿੰਦੀਆਂ ਰਹੀਆਂ ਤੇ ਮਾਇਆ ਹੋ ਗਈ ਬਹੁਤੀ, ਪੰਡਤ ਹੋ ਗਿਆ ਅਮੀਰ ਧਨਾੜ। ਤੇ ਮਾਇਆ ਦਾ ਸੁਭਾਅ ਹੀ ਐਸਾ ਹੈ, ਜਦੋਂ ਆ ਜਾਵੇ ਫਿਰ ਇਹ ਹੰਕਾਰੀ ਜਿਹਾ ਬਣਾ ਦਿੰਦੀ ਹੈ ਨਾ ਬੰਦੇ ਨੂੰ, ਮਾਣ ਜਿਹਾ ਆਉਣ ਲੱਗ ਪੈਂਦਾ ਹੈ। ਪਹਿਲਾਂ ਤੇ ਆਪ ਤਰਲੇ ਕਰਦਾ ਸੀ, ਬੇਨਤੀ ਕਰਦਾ ਸੀ, ਤੇ ਹੁਣ ਕਹਿੰਦਾ ਹੈ ਕਿ ਮੈਂ ਤਾਂ ਵੱਡਾ ਬਣ ਗਿਆ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਭੇਜਿਆ ਵੀ ਜਾਓ ਪੰਡਤ ਜੀ ਨੂੰ ਸੱਦ ਕੇ ਲਿਆਓ, ਅੱਜ ਸੰਗਰਾਂਦ ਦੇ ਦਿਹਾੜੇ ਤੇ ਕਥਾ ਕਰਨ ਆਏ ਹੀ ਨਹੀਂ। ਜਦੋਂ ਗੁਰਸਿੱਖ ਗਏ ਤੇ ਉਹਨੇ ਇਹ ਪੂਰਾ ਜਵਾਬ ਦੇ ਦਿੱਤਾ, ਕਹਿੰਦਾ ਤੁਸੀਂ ਮੱਥਾ ਦੇ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਟੇਕਦੇ ਹੋ, ਗੁਰੂ ਮੰਨਦੇ ਹੋ ਪੰਜਵੇਂ ਪਾਤਸ਼ਾਹ ਨੂੰ, ਤੇ ਕਥਾ ਸੁਣਦੇ ਹੋ ਮੇਰੇ ਤੋਂ, ਜਾਂ ਗੁਰੂ ਵੀ ਮੈਨੂੰ ਹੀ ਮੰਨੋ, ਅਸੀਂ ਬ੍ਰਾਹਮਣ ਚੌਹਾਂ ਯੁੱਗਾਂ ਦੇ ਗੁਰੂ ਨੇ ਆ। ਉਹ ਸਿੱਖ ਨੇ ਉਸੇ ਤਰ੍ਹਾਂ ਆ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ। ਬਾਬਾ ਜੀ ਕਹਿੰਦੇ ਵੀ ਚੰਗਾ ਹੋਇਆ ਜੇ ਨਹੀਂ ਆਇਆ। ਕਹਿੰਦੇ ਜਿੱਥੇ ਮਹਾਰਾਜ ਨੇ ਸਾਨੂੰ ਸਾਰੇ ਪੱਖੋਂ ਸੁਤੰਤਰ ਕੀਤਾ ਹੈ ਨਾ, ਗੁਰਬਾਣੀ ਆਪ ਉਚਾਰਨ ਕੀਤੀ ਆ, ਹਰੇਕ ਉਪਦੇਸ਼ ਆਪ ਬਖਸ਼ਿਆ, ਤੇ ਹੁਣ ਮਹੀਨੇ ਵਾਲੇ ਦਿਨ ਅਸੀਂ ਪੰਡਤਾਂ ਕੋਲੋਂ ਕਥਾ ਸੁਣਿਆ ਕਰਾਂਗੇ। ਫਿਰ ਸੰਗਤ ਦੇ ਵਿੱਚ ਗਲ ਵਿੱਚ ਪੱਲਾ ਪਾ ਕੇ ਚੇਤ ਦੀ ਸੰਗਰਾਂਦ ਵਾਲੇ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਪੰਜਵੇਂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ। ਤੇ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ, ਬਾਬਾ ਜੀ ਜੋ ਆਪ ਜੀ ਨੇ ਬਚਨ ਕਰਨਾ ਬੈਠੇ ਹੀ ਕਰ ਦਿਓ, ਬੈਠੇ ਹੀ ਬੇਨਤੀ ਕਰ ਦਿਓ, ਤੁਸੀਂ ਬਜ਼ੁਰਗ ਹੋ। ਕਹਿਣ ਲੱਗੇ ਨਹੀਂ ਮਹਾਰਾਜ, ਸਾਰੀਆਂ ਸੰਗਤਾਂ ਦੇ ਭਲੇ ਵਾਸਤੇ ਬੇਨਤੀ ਕਰਨੀ ਹੈ, ਤੇ ਇਹ ਬੇਨਤੀ ਖਲੋ ਕੇ ਕਰਨ ਵਾਲੀ ਹੈ। ਗਲ ਵਿੱਚ ਪੱਲਾ ਪਾਇਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ, ਤੇ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਸੰਗਤ ਵਿੱਚ ਖਲੋ ਕੇ ਬੇਨਤੀ ਕੀਤੀ, ਮਹਾਰਾਜ ਜਿੱਥੇ ਸਾਨੂੰ ਹਰ ਪੱਖੋਂ ਆਪ ਜੀ ਨੇ ਸੁਤੰਤਰ ਕੀਤਾ ਹੈ, ਤੇ ਹੁਣ ਮਹਾਰਾਜ ਸੰਗਰਾਂਦ ਵਾਲੇ ਦਿਨ ਅਸੀਂ ਪੰਡਤਾਂ ਤੋਂ ਕਥਾ ਸੁਣਿਆ ਕਰਾਂਗੇ। ਉਹ ਪੰਡਤ ਹੰਕਾਰੀ ਮਹਾਰਾਜ ਆਇਆ ਹੀ ਨਹੀਂ। ਉਹ ਕਹਿੰਦਾ ਵਾ ਵੀ ਗੁਰੂ ਵੀ ਮੈਨੂੰ ਮੰਨੋ ਤੇ ਫਿਰ ਕਥਾ ਸੁਣਾਵਾਂਗਾ। ਕਿਰਪਾ ਕਰੋ ਹੁਣ ਮਹੀਨੇ ਦਾ ਨਾਮ ਵੀ ਤੁਸੀਂ ਸੁਣਾ ਦਿਓ ਸਤਿਗੁਰੂ, ਮਹੀਨੇ ਦੇ ਉਪਦੇਸ਼ ਵੀ ਆਪ ਜੀ ਮਹਾਰਾਜ ਬਖਸ਼ ਦਿਓ। ਕੋਈ ਐਸੀ ਬਾਣੀ ਉਚਾਰਨ ਕਰੋ ਜਿਸ ਨੂੰ ਗੁਰਸਿੱਖ ਸੰਗਤਾਂ ਮਹਾਰਾਜ ਸੰਗਰਾਂਦ ਵਾਲੇ ਦਿਹਾੜੇ ਤੇ ਪੜ੍ਹਿਆ ਕਰਨ। ਜਿਹੜਾ ਮਹੀਨਾ ਆਰੰਭ ਹੋਵੇ ਉਸ ਮਹੀਨੇ ਦਾ ਪਾਠ ਕਰਕੇ ਉਸ ਮਹੀਨੇ ਦੀ ਜੋ ਵਿਆਖਿਆ ਹੈ ਉਹ ਸੰਗਤਾਂ ਨੂੰ ਸਮਝ ਪੈ ਜਾਇਆ ਕਰੇ, ਤੇ ਪੜਨ ਮਾਤਰ ਦੇ ਨਾਲ ਹੀ ਸਮਝ ਆ ਜਾਵੇ। ਐਸੀ ਸੁਖੈਨ ਬਾਣੀ ਉਚਾਰਨ ਕਰੋ। ਪੰਜਵੇਂ ਪਾਤਸ਼ਾਹ ਨੇ ਆਖਿਆ, ਬਾਬਾ ਜੀ 12 ਮਹੀਨਿਆਂ ਦਾ ਉਪਦੇਸ਼ ਦੇਣ ਵਾਲੀ ਬਾਣੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਤੁਖਾਰੀ ਰਾਗ ਦੇ ਸ਼ੰਤਾਂ ਵਿੱਚ ਉਚਾਰਨ ਕੀਤੀ ਹੈ। ਉੱਥੇ 12 ਮਹੀਨਿਆਂ ਦਾ ਉਪਦੇਸ਼ ਦਿੱਤਾ ਹੈ ਤੁਖਾਰੀ ਰਾਗ ਦੇ ਅੰਦਰ। ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ, ਸਿਰ ਸਿਰ ਸੁਖ ਸਹਮਾ ਦੇਹ ਸੋ ਤੂੰ ਭਲਾ। ਆਖਿਆ ਮਹਾਰਾਜ ਅਸੀਂ ਸਿੱਧੇ ਸਾਧੇ ਗੁਰਸਿੱਖ ਹਾਂ, ਜ਼ਿਮੀਦਾਰ ਲੋਕ ਹਾਂ। ਇਹ ਬਾਬਾ ਜੀ ਨੇ ਬੇਨਤੀ ਕੀਤੀ, ਬਾਬਾ ਬੁੱਢਾ ਸਾਹਿਬ ਜੀ। ਮਹਾਰਾਜ ਅਸੀਂ ਸਿੱਧੇ ਸਾਧੇ ਹਾਂ, ਭੋਲੇ ਲੋਕ ਹਾਂ। ਇਸ ਕਰਕੇ ਉਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਜੋ ਤੁਖਾਰੀ ਰਾਗ ਦੇ ਵਿੱਚ 12 ਮਾਹ ਦੀ ਬਾਣੀ ਉਚਾਰਨ ਕੀਤੀ ਹੈ, ਉਹਦੇ ਵਿੱਚ ਗੁਪਤ ਅਲੰਕਾਰ ਹਨ, ਗੁੱਝੇ ਅਲੰਕਾਰ ਭੇਦ ਹਨ। ਤੇ ਮਹਾਰਾਜ ਉਹਦੀ ਤਾਂ ਵਿਆਖਿਆ ਕੀਤੀਆਂ ਫੇਰ ਹੀ ਸਮਝ ਪੈਂਦੀ ਹੈ। ਫਿਰ ਵੀ ਬਹੁਤ ਮਹਿੰਗੀ ਬਾਣੀ ਹੈ। ਤੁਸੀਂ ਮਹਾਰਾਜ ਸੁਖੈਨ ਰੂਪ ਦੇ ਵਿੱਚ ਬਾਣੀ ਉਚਾਰਨ ਕਰਕੇ ਬਖਸ਼ਿਸ਼ ਕਰੋ। ਫਿਰ ਬਾਬਾ ਜੀ ਦੀ ਬੇਨਤੀ ਮਹਾਰਾਜ ਨੇ ਮੰਨ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਉਸ ਸਥਾਨ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਇਹ 12 ਮਾਹ ਦੀ ਬਾਣੀ ਉਚਾਰਨ ਕੀਤੀ, ਜਿਹਦੀਆਂ 14 ਪੌੜੀਆਂ ਹਨ, ਜਾਂ ਕਹੀਏ ਕਿ 14 ਸ਼ਬਦ ਹਨ। ਜੋ ਪਹਿਲੀ ਪੌੜੀ ਹੈ ਉਹ ਬੇਨਤੀ ਰੂਪ ਦੀ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲਹੁ ਰਾਮ, ਚਾਰ ਕੁੰਟ ਦਹਿ ਦਿਸ ਭੰਮੇ ਥਾਕੇ ਆਏ ਪ੍ਰਭ ਕੀ ਸਾਮ। ਜੋ ਅਖੀਰਲੀ ਹੈ 14ਵੀਂ, ਉਹ ਅਸਤੋਤਰ ਰੂਪ ਹੈ, ਫਲ ਸਰੂਪ ਹੈ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ।
ਵਿਚਕਾਰ ਜੋ 12 ਪੌੜੀਆਂ ਹਨ, 12 ਸ਼ਬਦ ਹਨ, ਇਹਨਾਂ 12 ਦੇ ਵਿੱਚ 12 ਮਹੀਨਿਆਂ ਦਾ ਮਹਾਰਾਜ ਨੇ ਉਚਾਰਨ ਕੀਤਾ। ਪਹਿਲਾ ਚੇਤ ਦਾ ਮਹੀਨਾ ਹੈ ਤੇ 12ਵਾਂ ਫੱਗਣ ਦਾ ਮਹੀਨਾ। ਅੱਜ ਜੋ ਸਾਵਣ ਦਾ ਮਹੀਨਾ ਆਰੰਭ ਹੋਇਆ ਹੈ, ਇਹ 5ਵਾਂ ਮਹੀਨਾ ਹੈ ਸਾਲ ਦਾ, ਤੇ ਪਾਵਸ ਰੁੱਤ ਦਾ ਇਹ ਪਹਿਲਾ ਮਹੀਨਾ ਹੈ ਦੋਵਾਂ ਮਹੀਨਿਆਂ ਵਿੱਚੋਂ। ਸਾਉਣ ਤੇ ਭਾਦਰੋਂ ਇਹ 2 ਮਹੀਨੇ ਪਾਵਸ ਰੁੱਤ ਹੈ, ਵਰਖਾ ਦੀ ਰੁੱਤ ਹੈ। ਔਰ ਜਿਵੇਂ ਪਿਛਲਿਆਂ ਦੋਵਾਂ ਮਹੀਨਿਆਂ ਵਿੱਚ ਅੱਤ ਦੀ ਗਰਮੀ ਤੇ ਬਹੁਤੀ ਗਰਮੀ ਪੈਣ ਦੇ ਨਾਲ ਫਿਰ ਨੀਵੇਂ ਥਾਵਾਂ ਤੇ ਜਿੱਥੇ ਜਲ ਸੀ ਉਹ ਵੀ ਸੁੱਕ ਗਿਆ, ਔਰ ਅੱਤ ਦੀ ਗਰਮੀ ਦੇ ਨਾਲ ਜੀਵ ਜੰਤੂ ਜਿਹੜੇ ਹਨ ਉਹ ਛਾਂ ਭਾਲਣ ਲੱਗੇ, ਪਾਣੀ ਭਾਲਣ ਲੱਗੇ। ਸਾਰੇ ਪਸ਼ੂ ਪੰਛੀ ਵੀ ਦਰਖਤਾਂ ਦੇ ਹੇਠਾਂ ਜਾਂਦੇ ਸਨ ਔਰ ਇਸੇ ਤਰ੍ਹਾਂ ਪਾਣੀ ਦੇ ਪਾਸ ਪਹੁੰਚਦੇ ਸਨ, ਤੇ ਮਨੁੱਖ ਵੀ ਛਾਂ ਭਾਲਦਾ ਤੇ ਅੱਤ ਦੀ ਗਰਮੀ। ਤੇ ਵਾਹਿਗੁਰੂ ਪਰਮੇਸ਼ਰ ਨੇ ਜਿਸ ਵੇਲੇ ਇਹ ਸਾਵਣ ਦਾ ਮਹੀਨਾ ਆਰੰਭ ਹੋਇਆ, ਇਹਦੇ ਵਿੱਚ ਫਿਰ ਮੀਂਹ ਪਏ, ਤੇ ਮੀਂਹ ਪੈਣ ਦੇ ਨਾਲ ਫਿਰ ਜਿੰਨੀਆਂ ਨੀਵੀਆਂ ਥਾਵਾਂ ਉੱਥੇ ਵੀ ਪਾਣੀ ਭਰ ਗਿਆ। ਜਿਹੜੇ ਪਾਣੀ ਸੁੱਕਾ ਸੀ ਪਿੱਛੇ ਅੱਤ ਦੀ ਗਰਮੀ ਦੇ ਨਾਲ ਗ੍ਰੀਖਮ ਰੁੱਤ ਦੇ ਕਾਰਨ, ਉਸ ਥਾਂ ਦੇ ਉੱਤੇ ਬਹੁਤਾ ਪਾਣੀ ਹੋ ਗਿਆ। ਬਨਸਪਤੀ ਵੀ ਮੌਲਣ ਲੱਗੀ, ਹਰੀ ਭਰੀ ਹੋਣ ਲੱਗੀ, ਔਰ ਸਭ ਪਾਸੇ ਜਦੋਂ ਇਸ ਮਹੀਨੇ ਦੇ ਵਿੱਚ ਫਿਰ ਮੀਂਹ ਪਏ, ਝੜੀ ਲੱਗੀ, ਤੇ ਮੋਰ ਤੇ ਬਬੀਏ ਵੀ ਬੋਲਣ ਲੱਗੇ। ਮੋਰ ਬਬੀਏ ਬੋਲਦੇ ਵੇਖ ਬੱਦਲ ਕਾਲੇ, ਕਿਉਂਕਿ ਮੋਰਾਂ ਨੂੰ ਵੀ ਚਾਅ ਚੜ ਜਾਂਦਾ, ਉਹ ਵੀ ਬੋਲਣ ਲੱਗ ਪੈਂਦੇ, ਪਹਿਲਾਂ ਪਾਉਣ ਲੱਗ ਪੈਂਦੇ ਜਦੋਂ ਝੜੀ ਲੱਗਦੀ। ਮੋਰੀ ਰੋਣ ਝੁਣ ਲਾਇਆ, ਭੈਣੇ ਸਾਵਣ ਆਇਆ। ਸਾਵਣ ਆਇਆ। ਪਿਛਲੇ ਸਮੇਂ ਦੇ ਵਿੱਚ ਮੀਂਹ ਜਦੋਂ ਪੈਂਦਾ ਸੀ ਤੇ ਉਸ ਤੋਂ ਬਾਅਦ ਹੀ ਲੋਕ ਬਲਦਾਂ ਦੇ ਨਾਲ ਵਾਹੀ ਕਰਿਆ ਕਰਦੇ ਸੀ ਨਾ, ਹਲਵਾਉਂਦੇ ਸਨ, ਤੇ ਫਿਰ ਬਲਦਾਂ ਨੂੰ ਕੱਢ ਕਰਕੇ ਫਿਰ ਜੋਤਲਾ ਲਾਉਂਦੇ ਸਨ, ਹਲਵਾਇਆ ਕਰਦੇ ਸਨ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ, ਨਾਨਕ ਸਾਵਣ ਜੇ ਵਸੈ ਚਹੁ ਉਹ ਮਾਹਾ ਹੋਏ। ਜਦੋਂ ਸਾਵਣ ਵਸਦਾ ਹੈ, ਮੀਂਹ ਪੈਂਦਾ, ਝੜੀ ਲੱਗਦੀ ਹੈ ਸਾਵਣ ਦੇ ਮਹੀਨੇ ਵਿੱਚ, ਤੇ ਚੌਹਾਂ ਨੂੰ ਉਤਸ਼ਾਹ ਪੈਦਾ ਹੁੰਦਾ ਹੈ, ਚੌਹਾਂ ਨੂੰ ਖੁਸ਼ੀ ਹੁੰਦੀ ਹੈ। ਉਹ ਕਿਹਨਾਂ ਕਿਹਨਾਂ ਨੂੰ? ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ ਘਰ ਧਨ ਹੋਏ। ਪਹਿਲਾ ਆਖਿਆ ਨਾਗਾਂ ਨੂੰ, ਸੱਪਾਂ ਨੂੰ, ਕਿਉਂਕਿ ਜਿੱਥੇ ਬਾਕੀ ਸਾਰੇ ਜੀਵ ਜੰਤੂ ਗਰਮੀ ਦੇ ਵਿੱਚ ਵਿਆਕੁਲ ਸਨ, ਉੱਥੇ ਸੱਪ ਵੀ ਗਰਮੀ ਦੇ ਵਿੱਚ ਬਹੁਤ ਵਿਆਕੁਲ ਸਨ। ਧਰਤੀ ਠੰਡੀ ਹੋ ਗਈ ਮੀਂਹ ਪੈਣ ਦੇ ਨਾਲ, ਤੇ ਨਾਗਾਂ ਨੂੰ ਵੀ, ਸੱਪਾਂ ਨੂੰ ਵੀ ਖੁਸ਼ੀ ਹੋਈ। ਮਿਰਗਾਂ ਜਿਹੜੇ ਜੰਗਲ ਵਿੱਚ ਰਹਿਣ ਵਾਲੇ ਹਿਰਨ ਤੇ ਆਦਿਕ ਪਸ਼ੂ ਆ, ਜੰਗਲ ਵਿੱਚ ਨੀਵੇਂ ਥਾਂ ਪਾਣੀ ਤੋਂ ਸੁੱਕ ਗਏ ਸਨ, ਨੀਵੇਂ ਥਾਵਾਂ 'ਚੋਂ ਪਾਣੀ ਸੁੱਕ ਚੁੱਕਾ ਸੀ। ਜੰਗਲੀ ਜਾਨਵਰਾਂ ਨੂੰ ਦੂਰ ਦੂਰ ਜਾ ਕਰਕੇ ਪਾਣੀ ਪੀਣਾ ਪੈਂਦਾ ਸੀ, ਉਹ ਵੀ ਬੜੇ ਵਿਆਕੁਲ ਸਨ। ਜਦੋਂ ਇਸ ਮਹੀਨੇ ਵਿੱਚ ਮੀਂਹ ਪਿਆ, ਨੀਵੀਆਂ ਢਾਬਾਂ ਸਾਰੀਆਂ ਪਾਣੀ ਨਾਲ ਭਰ ਗਈਆਂ, ਤੇ ਜੰਗਲੀ ਜਾਨਵਰਾਂ ਨੂੰ ਵੀ ਪਾਣੀ ਪੀਣਾ ਸੌਖਾ ਹੋ ਗਿਆ, ਉਹ ਵੀ ਖੁਸ਼ੀ ਦੇ ਸਹਿਤ ਹੋ ਗਏ। ਤੀਜਾ ਮੱਛੀਆਂ ਦਾ ਜ਼ਿਕਰ ਕੀਤਾ। ਥੋੜੇ ਪਾਣੀ ਹੋਣ ਕਰਕੇ ਉਹ ਥੋੜਾ ਪਾਣੀ ਗਰਮ ਹੋ ਗਿਆ ਸੀ ਪਿਛਲੀ ਰੁੱਤ ਦੇ ਵਿੱਚ, ਉਹ ਵੀ ਤੜਫਦੀਆਂ ਸਨ ਪਾਣੀ ਦੇ ਵਿੱਚ। ਮੀਂਹ ਪੈ ਗਿਆ, ਪਾਣੀ ਠੰਡਾ ਹੋ ਗਿਆ, ਨਾਲੇ ਖੁੱਲਾ ਹੋ ਗਿਆ, ਬਹੁਤਾ ਹੋ ਗਿਆ, ਮੱਛੀਆਂ ਨੂੰ ਵੀ ਉਤਸ਼ਾਹ ਹੋ ਗਿਆ। ਚੌਥਾ ਆਖਿਆ ਜਿਹੜੇ ਰਸੀਆਂ, ਇਸੇ ਪ੍ਰਕਾਰ ਜਿਹੜੇ ਤਰ੍ਹਾਂ ਤਰ੍ਹਾਂ ਦੇ ਰਸ ਚੱਖਣ ਵਾਲੇ ਹਨ, ਮੀਂਹ ਪੈਣ ਦੇ ਨਾਲ ਜਿਨ੍ਹਾਂ ਦੇ ਘਰਾਂ ਵਿੱਚ ਧਨ ਪਦਾਰਥ ਹੈ, ਉਹਨਾਂ ਨੂੰ ਵੀ ਉਤਸ਼ਾਹ ਪੈਦਾ ਹੋਇਆ ਵੀ ਹੁਣ ਮੀਂਹ ਪਿਆ ਵਾ, ਹੁਣ ਖੀਰਾਂ ਪੂੜੇ ਬਣਾਵਾਂਗੇ ਤੇ ਛਕਾਵਾਂਗੇ, ਵੀ ਠੰਡ ਦੀ ਰੁੱਤ ਆਈ ਹੈ। ਤੇ ਨਾਲੇ ਹੋਰ ਵਿਸ਼ੇ ਰਸਾਂ ਦੇ ਵਿੱਚ ਗਲਤਾਨ ਹੋਣ ਵਾਲੇ, ਉਹਨਾਂ ਨੇ ਵੀ ਇਸ ਰੁੱਤ ਦੇ ਵਿੱਚ ਉਤਸ਼ਾਹ ਜਿਹੜਾ ਹੈ ਉਹ ਧਾਰਨ ਕੀਤਾ। ਤੇ ਜਿਹੜੇ ਨਾਮ ਦੇ ਰਸੀਏ ਆ, ਉਹਨਾਂ ਨੂੰ ਵੀ ਉਤਸ਼ਾਹ ਪੈਦਾ ਹੋਇਆ, ਉਹ ਨਾਮ ਦਾ ਰਸ ਪ੍ਰਾਪਤ ਕਰਦੇ। ਨਾਨਕ ਸਾਵਣ ਜੇ ਵਸੈ ਚਹੁ ਵਿਛੋੜਾ ਹੋਏ। ਆਖਿਆ ਜਦੋਂ ਸਾਵਣ ਦੇ ਮਹੀਨੇ 'ਚ ਮੀਂਹ ਪੈਂਦਾ ਹੈ ਤੇ ਚੌਹਾਂ ਦਾ ਵਿਛੋੜਾ ਵੀ ਹੁੰਦਾ ਹੈ। ਜਿੱਥੇ ਚੌਹਾਂ ਨੂੰ ਉਤਸ਼ਾਹ ਹੁੰਦਾ, ਉੱਥੇ ਚੌਹਾਂ ਦਾ ਵਿਛੋੜਾ ਵੀ ਹੁੰਦਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਆਏ,
ਉਹ ਕਿੰਨਾ ਕਿੰਨਾ ਦਾ ਵਿਛੋੜਾ ਹੁੰਦਾ, ਗਾਈ ਪੁੱਤਾਂ, ਗਾਵਾਂ ਦੇ ਪੁੱਤਾਂ ਦਾ ਵਿਛੋੜਾ ਹੋ ਜਾਂਦਾ। ਗਾਵਾਂ ਦੇ ਨਾਲੋਂ, ਆਪਣੇ ਪਰਿਵਾਰ ਦੇ ਨਾਲੋਂ ਉਹਨਾਂ ਨੂੰ ਵੱਗ ਵਿੱਚੋਂ ਕੱਢ ਕੇ ਕਹਿੰਦੇ ਹੁਣ ਬਥੇਰਾ ਚਰ ਲਿਆ ਤੁਸੀਂ, ਬਥੇਰੇ ਪੱਠੇ ਖਾ ਲਏ, ਹੁਣ ਚਲੋ ਜੋਤਰਾ ਲਾਈਏ। ਬਲਦਾਂ ਨੂੰ ਵੱਗ ਵਿੱਚੋਂ ਕੱਢ ਕਰਕੇ ਤੇ ਹਲ ਵਾਹੁਣ ਲੱਗ ਪੈਂਦੇ ਜ਼ਿਮੀਂਦਾਰ ਮੀਂਹ ਪੈਣ ਤੋਂ ਬਾਅਦ। ਗਾਈ ਪੁੱਤਾਂ ਨਿਰਧਨਾ, ਜਿਹੜੇ ਨਿਰਧਨ ਵਾ ਉਹਨਾਂ ਦਾ ਵੀ ਆਪਣੇ ਘਰਾਂ ਨਾਲੋਂ ਵਿਛੋੜਾ ਪੈਂਦਾ। ਤੇ ਇਸੇ ਤਰ੍ਹਾਂ ਗਾਈ ਪੁੱਤਾਂ ਨਿਰਧਨਾ ਪੰਥੀ ਚਾਕਰ ਹੋਏ। ਪੰਥੀ ਜਿਹੜੇ ਰਾਹੀ ਪਾਉਂਦੇ ਆ, ਮੀਂਹ ਪੈਣ ਦੇ ਨਾਲ ਰਾਹਾਂ ਦੇ ਵਿੱਚ ਪਾਣੀ ਭਰ ਜਾਂਦਾ, ਪਿਛਲੇ ਸਮੇਂ ਦੀ ਗੱਲ ਹੈ ਉਦੋਂ ਦੀ। ਇਸ ਕਰਕੇ ਉਹ ਰਾਹੀ ਪਾਂਧੀ ਜਿਹੜੇ, ਉਹਨਾਂ ਦਾ ਵੀ ਪਰਿਵਾਰ ਨਾਲੋਂ ਵਿਛੋੜਾ ਪੈ ਜਾਂਦਾ ਕਿ ਝੜੀ ਲੱਗ ਗਈ, ਹੁਣ ਪਤਾ ਨਹੀਂ ਕਿੰਨੇ ਦਿਨ ਲੱਗੀ ਰਹੇਗੀ। ਪਿਛਲੇ ਸਮੇਂ ਵਿੱਚ ਕਈ ਦਿਨ ਝੜੀ ਲੱਗਦੀ ਹੁੰਦੀ ਸੀ, ਉਹਨਾਂ ਦਾ ਵਿਛੋੜਾ ਪਰਿਵਾਰ ਨਾਲੋਂ ਪੈਂਦਾ ਹੈ। ਤੇ ਚਾਕਰ, ਜਿਹੜੇ ਚਾਕਰ ਹਨ, ਉਹਨਾਂ ਦਾ ਮਾਲਕ ਨਾਲੋਂ ਵਿਛੋੜਾ ਪੈਂਦਾ ਹੈ। ਮੀਂਹ ਪੈਂਦਾ ਹੈ ਤੇ ਮਾਲਕ ਉਹਨੂੰ ਕਦੀ ਕਿਸੇ ਕੰਮ ਘਲਾ ਦਿੰਦਾ ਹੈ ਵੀ ਜਾ ਭਾਈ ਮੀਂਹ ਪੈ ਰਿਹਾ, ਆ ਛੱਤ ਚੋ ਰਹੀ ਹੈ, ਚੱਲ ਉੱਤੇ ਚੜ ਕੇ ਲਿੰਬ ਪੋਜ, ਹੋਰ ਵੀ ਕੋਈ ਕਾਰਜ ਹੈ ਉਧਰਲੇ ਪਾਸੇ ਘਲਾ ਦੇਣਾ। ਮਹਾਰਾਜ ਕਹਿੰਦੇ ਚੌਹਾਂ ਦਾ ਵਿਛੋੜਾ ਪੈਂਦਾ, ਚੌਹਾਂ ਨੂੰ ਉਤਸ਼ਾਹ ਪੈਦਾ ਹੁੰਦਾ। ਤੋ ਸਾਵਣ ਦੇ ਮਹੀਨੇ ਦੁਆਰਾ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗਰੀਬ ਨਵਾਜ, ਜੋ ਇਹ ਸਾਲ ਦਾ 5ਵਾਂ ਮਹੀਨਾ ਹੈ, ਇਹਦੇ ਰਾਹੀਂ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸ਼ਰਧਾ ਭਾਵਨਾ ਆਦਰ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਵਣ ਸਰਸੀ ਕਾ ਮਣੀ। ਸਾਵਣ ਦੇ ਮਹੀਨੇ ਰਾਹੀਂ ਮਹਾਰਾਜ ਸਾਹਿਬ ਜੀ ਇਹ ਪਤੀ ਪਤਨੀ ਦੇ ਅਲੰਕਾਰ ਦੁਆਰਾ ਪਵਿੱਤਰ ਉਪਦੇਸ਼ ਬਖਸ਼ਦੇ ਆ। ਗੱਲ ਕਰਦੇ ਪਤੀ ਤੇ ਪਤਨੀ ਦੀ। ਸਾਵਣ ਦੇ ਮਹੀਨੇ ਦੇ ਵਿੱਚ ਮਹਾਰਾਜ ਕਹਿੰਦੇ ਸਰਸੀ, ਸਰਸੀ ਕਹਿੰਦੇ ਆ ਰਸ ਦੇ ਸਹਿਤ ਹੋ ਗਈ। ਕਾਮਣੀ ਨਾਮ ਇਸਤਰੀ ਦਾ, ਉਹ ਇਸਤਰੀ ਰਸ ਦੇ ਸਹਿਤ ਹੋ ਗਈ, ਪ੍ਰੇਮ ਦੇ ਸਹਿਤ ਹੋ ਗਈ। ਚਰਨ ਕਮਲ ਸਿਓ ਪਿਆਰ। ਜਿਸ ਇਸਤਰੀ ਦਾ ਆਪਣੇ ਪਤੀ ਦੇ ਚਰਨਾਂ ਕਮਲਾਂ ਨਾਲ ਪਿਆਰ ਹੈ। ਕਿਉਂਕਿ ਮਹਾਰਾਜ ਸਾਹਿਬ ਜੀ ਨੇ ਸੰਸਾਰੀ ਰਿਸ਼ਤੇ ਦੇ ਵੀ ਜ਼ਿਕਰ ਕੀਤੇ, ਸੰਸਾਰੀ ਉਪਦੇਸ਼ ਵੀ ਬਖਸ਼ਿਆ ਤੇ ਪਰਮਾਰਥ ਦਾ ਉਪਦੇਸ਼ ਵੀ ਬਖਸ਼ਿਆ। ਦੋਵੇਂ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤੇ ਬਾਣੀ ਦੇ ਅੰਦਰ। ਆਖਿਆ ਜਿਸ ਇਸਤਰੀ ਦਾ ਆਪਣੇ ਪਤੀ ਦੇ ਚਰਨਾਂ ਕਮਲਾਂ ਨਾਲ ਪਿਆਰ ਹੈ, ਉਹ ਫਿਰ ਰਸ ਦੇ ਸਹਿਤ ਹੋ ਗਈ ਸਾਵਣ ਦੇ ਮਹੀਨੇ ਵਿੱਚ। ਕਾਮਣੀ ਨਾਮ ਇਸਤਰੀ, ਸਰਸੀ ਰਸ ਦੇ ਸਹਿਤ ਹੋ ਗਈ। ਜਿਹੜੀ ਇਸਤਰੀ ਪਤੀ ਵਰਤਾ ਧਰਮ ਦੇ ਵਿੱਚ ਪ੍ਰਪੱਕ ਹੈ, ਉਹ ਰਸ ਦੇ ਸਹਿਤ ਹੋ ਗਈ। ਆਪਣੀ ਪਤੀ ਦੀ ਸੇਵਾ ਕਰਦੀ ਹੈ, ਪਤੀ ਵਰਤਾ ਧਰਮ ਦੇ ਵਿੱਚ ਪ੍ਰਪੱਕ ਹੈ। ਜੇਕਰ ਆਉਂਦਾ ਇਤਿਹਾਸ ਦੇ ਵਿੱਚ ਪਤੀ ਵਰਤਾ ਧਰਮ ਕਿੰਨਾ ਮਹਾਨ ਹੈ, ਕਿਉਂਕਿ ਗੁਰਬਾਣੀ ਵਿੱਚ ਵੀ ਮਹਾਰਾਜ ਸਾਹਿਬ ਜੀ ਨੇ ਬੇਅੰਤ ਉਪਦੇਸ਼ ਦਿੱਤਾ ਪਤੀ ਤੇ ਸਤੀ ਨੂੰ, ਪਤੀ ਤੇ ਪਤਨੀ ਨੂੰ, ਕਿ ਇੱਕ ਦੂਜੇ ਦਾ ਕਿਸ ਤਰ੍ਹਾਂ ਦਾ ਮਿਲਾਪ ਹੋਣਾ ਚਾਹੀਦਾ, ਇੱਕ ਦੂਸਰੇ ਨਾਲ ਕਿਸ ਤਰ੍ਹਾਂ ਦਾ ਪ੍ਰੇਮ ਹੋਣਾ ਚਾਹੀਦਾ ਹੈ ਪਤੀ ਪਤਨੀ ਦਾ। ਧਨ ਪੇਰ ਇਹ ਨਾ ਆਖੀਐਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪੇਰ ਕਹੀਐ ਸੋਏ। ਮੁਹੰਮਦ ਸਾਹਿਬ ਨੇ ਆਪਣੇ ਮਤ ਦਾ ਪ੍ਰਚਾਰ ਕਰਨ ਵਾਸਤੇ 4 ਜਾਰ ਥਾਪੇ, 3 ਪਹਿਲਾਂ ਬਣਾਏ ਤੇ ਚੌਥੇ ਜਿਨ੍ਹਾਂ ਨੂੰ ਆਪਣਾ ਯਾਰ ਬਣਾਇਆ, ਉਹਨਾਂ ਨੂੰ ਆਪਣੀ ਪੁੱਤਰੀ ਦੇ ਕਰਕੇ, ਭਾਵ ਆਪਣਾ ਜਵਾਈ ਬਣਾ ਲਿਆ। ਆਪਣੀ ਪੁੱਤਰੀ ਫਾਤਮਾ ਦਾ ਵਿਆਹ ਕਰ ਦਿੱਤਾ। ਹੁਣ ਜਿਸ ਵੇਲੇ ਉਹ ਫਾਤਮਾ ਦਾ, ਮੁਹੰਮਦ ਸਾਹਿਬ ਦੀ ਪੁੱਤਰੀ ਬੀਬੀ ਫਾਤਮਾ ਦਾ ਵਿਆਹ ਹੋ ਗਿਆ, ਉਹ ਆਪਣੇ ਸਹੁਰੇ ਘਰ ਵਿੱਚ ਜਾਂਦੀ ਹੈ। ਉਹ ਤਾਂ ਮਾਣ ਵਿੱਚ ਹੀ ਬੜੀ, ਹੰਕਾਰ ਵਿੱਚ ਹੀ ਬਹੁਤ ਹੈ। ਹੁਣ ਮੁਹੰਮਦ ਸਾਹਿਬ ਦੇ ਜਵਾਈ ਨੂੰ ਤੇ ਉਹ ਸਮਝਦੀ ਕੁਝ ਨੂੰ, ਆਪਣੇ ਘਰ ਵਾਲੇ ਨੂੰ ਕਿਉਂ ਨਹੀਂ ਸਮਝਦੀ। ਉਹ ਕਹਿੰਦੀ ਮੈਂ ਪੈਗੰਬਰ ਦੀ ਪੁੱਤਰੀ ਆ, ਮੈਂ ਕੋਈ ਆਮ ਥੋੜਾ ਇਸਤਰੀ, ਮੈਂ ਤਾਂ ਮੁਹੰਮਦ ਸਾਹਿਬ ਦੀ ਪੁੱਤਰੀ ਆ। ਉਹ ਤੇ ਬੜਾ ਤੰਗ ਆ ਗਿਆ। ਉਹ ਕਹਿੰਦਾ ਇਹ ਤੇ ਚੰਗਾ ਪੰਗਾ ਪੈ ਗਿਆ ਵੀ ਪੈਗੰਬਰ ਦੀ ਪੁੱਤਰੀ ਨਾਲ ਚੰਗਾ ਵਿਆਹ ਕਰਾਇਆ ਇਹ ਤੇ ਹੁਣ ਮੈਨੂੰ ਥੱਲੇ ਹੀ ਲਾ ਛੱਡਦੀ ਹੈ।
ਉਹਨੇ ਫਿਰ ਆ ਕਰਕੇ ਤੇ ਆਪਣੇ ਸਹੁਰੇ ਮੁਹੰਮਦ ਸਾਹਿਬ ਨੂੰ ਆਖਿਆ ਵੀ ਤੁਸੀਂ ਚੰਗਾ, ਮੈਨੂੰ ਇਹ ਤਾਂ ਤੁਹਾਡੀ ਪੁੱਤਰੀ ਨਾਲ ਮੈਂ ਵਿਆਹ ਕਰਾ ਕੇ ਨਿਕਾਹ ਕਰਾ ਕੇ, ਉਹਨਾਂ ਦੇ ਮੱਤ 'ਚ ਨਿਕਾਹ ਕਹਿੰਦੇ ਨਾ, ਵੀ ਨਿਕਾਹ ਕਰਾ ਕੇ ਕਹਿੰਦਾ ਮੈਂ ਤਾਂ ਦੁਖੀ ਹੋ ਗਿਆ। ਮੁਹੰਮਦ ਸਾਹਿਬ ਨੇ ਆਖਿਆ ਵੀ ਕੀ ਗੱਲ, ਕਿਉਂ ਦੁਖੀ ਹੋ ਗਿਆ? ਉਹ ਕਹਿੰਦਾ ਵੀ ਇਹ ਤਾਂ ਮੇਰੇ ਆਖੇ ਨਹੀਂ ਲੱਗਦੇ, ਤੁਹਾਡੀ ਧੀ ਤਾਂ ਮੇਰਾ ਕਹਿਣਾ ਹੀ ਨਹੀਂ ਮੰਨਦੀ, ਮੇਰੀ ਸੇਵਾ ਤਾਂ ਇਹਨੇ ਕੀ ਕਰਨੀ, ਇਹ ਤਾਂ ਮੇਰੇ ਆਖੇ ਹੀ ਨਹੀਂ ਲੱਗਦੀ। ਇਹ ਕਹਿੰਦੀ ਮੈਂ ਤਾਂ ਮੁਹੰਮਦ ਸਾਹਿਬ ਦੀ ਧੀ ਆ, ਤੂੰ ਤੇ ਆਮ ਮਾਮੂਲੀ ਇਨਸਾਨ। ਉਹਨੇ ਫਿਰ ਆਖਿਆ ਵੀ ਮੇਰੇ ਕੋਲੇ ਭੇਜ, ਆਪਣੇ ਪਾਸ ਬੁਲਾਇਆ, ਪੇਕੇ ਆਈ, ਮੁਹੰਮਦ ਸਾਹਿਬ ਮਿਲੇ। ਉਹਨੇ ਕਿਹਾ ਧੀਏ, ਰਾਣੀਏ, ਪੁੱਤਰੀ, ਬੀਬੀ ਫਾਤਮਾ, ਤੈਨੂੰ ਮੈਂ ਬਹਿਸ਼ਤ ਦੀਆਂ ਚਾਬੀਆਂ ਦਿੱਤੀਆਂ ਸੀ, ਉਹ ਕਿੱਥੇ ਆ? ਬੁਝਾਰਤ ਜੀ ਪਾਤੀ ਪੈਗੰਬਰ ਨੇ, ਤੈਨੂੰ ਮੈਂ ਬਹਿਸ਼ਤ ਦੀਆਂ ਚਾਬੀਆਂ ਦਿੱਤੀਆਂ ਸੀ ਤੇ ਬਹਿਸ਼ਤ ਦੀਆਂ ਚਾਬੀਆਂ ਕਿੱਥੇ ਆ? ਉਹਨੇ ਕਿਹਾ ਜੀ ਮੈਨੂੰ ਤਾਂ ਕੋਈ ਪਤਾ ਨਹੀਂ। ਕਹਿਣ ਲੱਗੇ ਜੇ ਤੈਨੂੰ ਨਹੀਂ ਨਾ ਪਤਾ ਤੇ ਉਹ ਬੀਬੀ ਕਦੂਰੀ ਨੂੰ ਜਾ ਕੇ ਮਿਲ, ਉਹ ਦੱਸੂਗੀ ਤੈਨੂੰ। ਉਹ ਜਿਹੜੀ ਬੀਬੀ ਕਦੂਰੀ ਸੀ ਨਾ, ਉਹ ਇੱਕ ਗਰੀਬ ਜਿਹੇ ਦੇ ਘਰ ਦੇ ਵਿੱਚ ਰਹਿਣ ਵਾਲੀ ਸੀ, ਤੇ ਜਦੋਂ ਉਹਦੇ ਦਰਵਾਜ਼ੇ ਤੇ ਗਈ, ਉਹ ਆਪਣੇ ਪਤੀ ਵਰਤਾ ਧਰਮ ਦੇ ਵਿੱਚ ਪਰਪੱਕ ਤੇ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਮੰਨਦੀ, ਪਤੀ ਦੀ ਸੇਵਾ 'ਚ ਹਾਜ਼ਰ ਰਹਿੰਦੀ। ਜਦੋਂ ਜਾ ਰਹੀ ਉਧਰ ਨੂੰ ਬੀਬੀ ਫਾਤਮਾ, ਉਸਨੇ ਆਪਣੇ ਪਤੀ ਨੂੰ ਆਖਿਆ ਵੀ ਮੁਹੰਮਦ ਸਾਹਿਬ ਦੀ ਪੁੱਤਰੀ ਬੀਬੀ ਫਾਤਮਾ ਆ ਰਹੀ ਹੈ, ਦਰਵਾਜ਼ਾ ਖੁੱਲ੍ਹਾ ਰਹਿਣ ਦਿਓ। ਪਤੀ ਨੇ ਆਖਿਆ ਨਹੀਂ, ਉਹ ਆਪਣੇ ਪਤੀ ਦੀ ਸੇਵਾ ਨਹੀਂ ਕਰਦੀ, ਆਪਣੇ ਪਤੀ ਦੀ ਆਗਿਆ ਨਹੀਂ ਮੰਨਦੀ, ਇਸ ਕਰਕੇ ਉਹਦੇ ਮੱਥੇ ਨਹੀਂ ਆਪਾਂ ਲੱਗਣਾ, ਦਰਵਾਜ਼ਾ ਬੰਦ ਕਰ ਦੇ। ਦਰਵਾਜ਼ਾ ਬੰਦ ਕਰ ਦਿੱਤਾ। ਉਹ ਖੜਕਾਉਂਦੀ ਰਹੀ, ਇਹ ਬੀਬੀ ਕਦੂਰੀ ਦਰਵਾਜ਼ਾ ਖੋਲ, ਬੀਬੀ ਕਦੂਰੀ ਦਰਵਾਜ਼ਾ ਖੋਲ। ਉਹ ਕਹਿੰਦੀ ਮੈਂ ਨਹੀਂ ਖੋਲਣਾ। 3 ਆਵਾਜ਼ਾਂ ਦਿੱਤੀਆਂ, ਉਹਨੇ ਨਾ ਖੋਲਿਆ, ਵਾਪਸ ਆਈ। ਤੇ ਫਿਰ ਮੁਹੰਮਦ ਸਾਹਿਬ ਨੇ ਆਖਿਆ ਵੀ ਤੂੰ ਉਹਨੂੰ ਆਖੀ ਵੀ ਖੁਦਾ ਦੇ ਵਾਸਤੇ ਦਰਵਾਜ਼ਾ ਖੋਲ। ਫਿਰ ਜਿਸ ਵੇਲੇ ਆ ਕੇ ਉਹਨੇ ਵਾਸਤਾ ਪਾਇਆ, ਚੌਥੀ ਵਾਰੀ ਹਾਕ ਮਾਰੀ, ਪਤੀ ਨੇ ਆਖਿਆ ਵੀ ਹੁਣ ਖੋਲ ਦੇ। ਜਦੋਂ ਖੋਲ ਦਿੱਤਾ ਤੇ ਉਸ ਵੇਲੇ ਉਹ ਕਹਿਣ ਲੱਗੀ ਵੀ ਮੈਂ, ਤੂੰ ਜਾਣਦੀ ਨਹੀਂ ਮੈਂ ਮੁਹੰਮਦ ਸਾਹਿਬ ਦੀ ਪੁੱਤਰੀ ਆ, ਤੂੰ ਦਰਵਾਜ਼ਾ ਕਿਉਂ ਨਹੀਂ ਖੋਲਿਆ? ਉਹਨੇ ਕਿਹਾ ਹੋਵੇਂਗੀ ਤੂੰ ਬੀਬੀ ਫਾਤਮਾ ਮੁਹੰਮਦ ਸਾਹਿਬ ਦੀ ਪੁੱਤਰੀ, ਪਰ ਮੈਂ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਮੰਨਦੀ ਆ, ਮੇਰੇ ਪਤੀ ਨੇ ਆਖਿਆ ਤੇ ਦਰਵਾਜ਼ਾ ਖੋਲਿਆ ਵਾ। ਜੇ ਕਹਿੰਦਾ ਮੇਰੇ ਪਤੀ ਜੀ ਕਹਿੰਦੇ ਵੀ ਨਹੀਂ ਖੋਲਣਾ ਤਾਂ ਮੈਂ ਹੁਣ ਵੀ ਨਹੀਂ ਖੋਲਣਾ। ਚੌਥੀ ਆਵਾਜ਼ ਤੇ ਵੀ ਤੇਰੀ ਤੇ ਮੈਂ ਆਪਣੇ ਪਤੀ ਦੀ ਆਗਿਆ ਵਿੱਚ ਰਹਿੰਦੀ। ਉਹਨੇ ਆਖਿਆ ਵੀ ਮੈਨੂੰ ਮੇਰੇ ਪਿਤਾ ਜੀ ਨੇ ਭੇਜਿਆ ਵਾ ਵੀ ਬਹਿਸ਼ਤ ਦੀਆਂ ਚਾਬੀਆਂ ਤੇਰੇ ਕੋਲੇ, ਉਹ ਮੈਨੂੰ ਦੇ ਦੇ। ਬਹਿਸ਼ਤ ਕਹਿੰਦੇ ਆ ਮੁਸਲਮਾਨੀ ਮੱਤ ਦੇ ਵਿੱਚ, ਇੱਕ ਬਹਿਸ਼ਤ ਤੇ ਦੂਜਾ ਦੋਜ਼ਖ। ਇਧਰ ਸਵਰਗ ਤੇ ਨਰਕ ਕਿਹਾ ਜਾਂਦਾ ਵੀ ਸਵਰਗ ਦੀਆਂ ਚਾਬੀਆਂ ਦੇ ਦੇ, ਬਹਿਸ਼ਤ ਦੀਆਂ ਚਾਬੀਆਂ। ਉਹਨੇ ਕਿਹਾ ਬੀਬੀ ਫਾਤਮਾ ਬਹਿਸ਼ਤ ਦੀਆਂ ਚਾਬੀਆਂ ਇਹੀ ਆ ਕਿ ਜਿਹਦੇ ਲੜ ਪਿਤਾ ਜੀ ਲਾ ਦੇਣ ਨਾ, ਮਾਪੇ ਲਾ ਦੇਣ, ਜਿਹਦੇ ਲੜ ਲੱਗੀਏ, ਉਸ ਪਤੀ ਨੂੰ ਪਰਮੇਸ਼ਰ ਕਰਕੇ ਮੰਨੀਦਾ, ਉਹਦੇ ਆਗਿਆ ਵਿੱਚ ਰਹੀਦਾ, ਉਹਦੀ ਸੇਵਾ ਕਰੀਦੀ, ਸੱਜੇ ਖੱਬੇ ਨਹੀਂ ਝਾਕੀਦਾ। ਇਹੀ ਬਹਿਸ਼ਤ ਦੀਆਂ ਚਾਬੀਆਂ ਵਾ ਕਿ ਜਿਹਦੇ ਲੜ ਲਾਇਆ ਨਾ ਘਰ ਵਾਲਿਆਂ ਨੇ, ਉਹਦੇ ਲੜ ਲਾ ਕਰਕੇ ਉਹਦੀ ਸੇਵਾ ਕਰੀਦੀ। ਤੇ ਅੱਗੇ ਜਿਹੜਾ ਪਤੀ ਆ ਫਿਰ ਉਹ ਵੀ ਪਰਮੇਸ਼ਰ ਦਾ ਸਿਮਰਨ ਭਜਨ ਕਰਨ ਵਾਲਾ ਹੋਵੇ। ਦੋਵਾਂ ਵਾਸਤੇ ਇੱਕੋ ਜਿਹੀ ਹੈ ਸਿੱਖਿਆ ਜਿਹੜੀ ਹੈ। ਇਹ ਨਹੀਂ ਵੀ ਇਕੱਲੀ ਬੀਬੀ ਵਾਸਤੇ ਵੀ ਪਤੀ ਜੋ ਮਰਜ਼ੀ ਕਰੀ ਜਾਵੇ, ਉਹ ਵੀ ਪਰਮੇਸ਼ਰ ਦੇ ਭਾਣੇ ਵਿੱਚ ਰਹਿਣ ਵਾਲਾ ਹੋਵੇ, ਸਿਮਰਨ ਭਜਨ ਕਰਨ ਵਾਲਾ ਹੋਵੇ, ਗੁਰੂ ਕੀ ਸਿੱਖਿਆ ਵਿੱਚ ਚੱਲਣ ਵਾਲਾ ਹੋਵੇ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਦੋਨਾਂ ਨੂੰ ਇੱਕੋ ਜਿਹਾ ਉਪਦੇਸ਼ ਦਿੱਤਾ। ਫਿਰ ਉਹ ਵਾਪਸ ਆਈ, ਉਹਨੂੰ ਸਮਝ ਪੈ ਗਈ ਤੇ ਫਿਰ ਆਪਣੇ ਪਤੀ ਦੇ ਸੇਵਾ ਵਿੱਚ ਰਹਿਣ ਲੱਗੀ, ਪਤੀ ਦੀ ਆਗਿਆ ਮੰਨਣ ਲੱਗੀ। ਨਹੀਂ ਤੇ ਪਹਿਲਾਂ ਮਾਣ 'ਚ ਹੀ ਰਹਿੰਦੀ ਵੀ ਮੈਂ ਤਾਂ ਪੈਗੰਬਰ ਦੀ ਪੁੱਤਰੀ ਆ, ਤੂੰ ਤੇ ਸਧਾਰਨ ਜਿਹਾ ਵਿਅਕਤੀ। ਤੋ ਇਸ ਕਰਕੇ ਇਹ ਇੱਕ ਦੀ ਗੱਲ ਨਹੀਂ, ਇਹ ਸਭ ਸੰਸਾਰ ਵਿੱਚ ਇਸ ਤਰ੍ਹਾਂ ਵਰਤਾਰਾ ਵਰਤਦਾ ਹੈ। ਪਰ ਮਹਾਰਾਜ ਕਹਿੰਦੇ ਵੀ ਉਹ ਪਤਨੀਆਂ ਭਾਗਾਂ ਵਾਲੀਆਂ ਵਾ, ਉਹ ਰਸ ਦੇ ਸਹਿਤ ਹੁੰਦੀਆਂ, ਉਹਨਾਂ ਨੂੰ ਗ੍ਰਸਤ ਜੀਵਨ ਦੇ ਵਿੱਚੋਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਵਾ, ਪਰਿਵਾਰ ਵਿੱਚ ਰਹਿੰਦੇ ਉਹਨਾਂ ਨੂੰ ਰਸ ਪ੍ਰਾਪਤ ਹੁੰਦਾ ਵਾ, ਉਹ ਸੁੱਖ ਤੇ ਚੜ੍ਹਦੀ ਕਲਾ ਵਿੱਚ ਰਹਿੰਦੀਆਂ ਵਾ। ਚਰਨ ਕਮਲ ਸਿਓ ਪਿਆਰ, ਜਿਨ੍ਹਾਂ ਦਾ ਆਪਣੇ ਪਤੀ ਦੇ ਚਰਨਾਂ ਕਮਲਾਂ ਨਾਲ ਪਿਆਰ ਹੁੰਦਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਕਿਰਤਰਾਂ ਦੇ ਵਿੱਚ ਹਰੀ ਕੇ ਨਗਰ ਦੀ ਇੱਕ ਗਾਥਾ ਲਿਖੀ ਹੈ।
405 ਜਿਹੜੇ ਚਰਿੱਤਰ ਮਹਾਰਾਜ ਸਾਹਿਬ ਜੀ ਨੇ ਲਿਖੇ ਆ ਨਾ, ਉਹਨਾਂ ਦੇ ਵਿੱਚ ਵੀ ਸਿੱਖਿਆ ਦੇ ਕੇ ਸਮਝਾਇਆ। ਉਹ ਬੀਬੀ ਦਾ ਜ਼ਿਕਰ ਕੀਤਾ, ਉਹਦਾ ਨਾਂ ਸੀ ਚੰਡੀ। ਨਾਂ ਵੀ ਚੰਡੀ ਸੀ ਤੇ ਸੁਭਾਅ ਵੀ ਉਹਦਾ ਚੰਡੀ ਵਰਗਾ ਹੀ ਸੀ, ਤਿੱਖਾ ਹੀ ਸੀ, ਤਿੱਖਾ ਤਰਾਰ ਹੀ। ਉਹ ਪਤੀ ਦੇ ਆਖੇ ਨਹੀਂ ਸੀ ਲੱਗਦੀ, ਪਤੀ ਦੇ ਆਖੇ ਨਾ ਉਹਨੇ ਲੱਗਣਾ। ਜਿਹੜਾ ਕੰਮ ਪਤੀ ਨੇ ਕਹਿਣਾ ਉਹਨੇ ਪੁੱਠਾ ਹੀ ਕਰਨਾ। ਇਹਨਾਂ ਦਿਨਾਂ ਦੀ ਗੱਲ ਵੀ ਉਹ ਬਲਦ ਲਿਆਂਦਾ ਸੀ ਸਹੁਰਿਆਂ ਤੋਂ, ਉਹਨਾਂ ਦਿਨਾਂ 'ਚ ਇਸ ਤਰ੍ਹਾਂ ਚੱਲਦਾ ਸੀ, ਅੱਜ ਵੀ ਚੱਲਦਾ ਹੀ ਹੈ। ਅੱਜ ਕੱਲ੍ਹ ਲੋਕ ਟਰੈਕਟਰ ਲੈ ਆਉਂਦੇ ਮੰਗਵਾ ਆਪਣੇ ਰਿਸ਼ਤੇਦਾਰਾਂ ਦਾ ਵਾਹੀ ਕਰਨ ਵਾਸਤੇ। ਉਦੋਂ ਬਲਦ ਹੁੰਦੇ ਸੀ, ਉਹ ਬਲਦ ਲਿਆਂਦਾ। ਉਹਨੇ ਕਿਹਾ ਵੀ ਮੈਂ ਆਪਣੇ ਸਹੁਰਿਆਂ ਦਾ ਨਾ ਬਲਦ ਵਾਪਸ ਕਰ ਆਵਾਂ। ਕਹਿਣ ਲੱਗੀ ਵੀ ਤੇਰੇ ਸਹੁਰੇ ਪਹਿਲਾਂ ਕਿ ਮੇਰੇ ਪੇਕੇ ਪਹਿਲਾਂ? ਤੇਰੇ ਸਹੁਰੇ ਬਾਅਦ 'ਚ ਹੀ ਬਣੇ ਆ, ਮੇਰੇ ਪੇਕੇ ਪਹਿਲਾਂ ਵਾ, ਇਸ ਕਰਕੇ ਮੈਂ ਛੱਡ ਕੇ ਆਉਣੀ ਬਲਦ। ਕਹਿਣ ਲੱਗੇ ਚੱਲ ਦੋਵੇਂ ਚੱਲਦੇ। ਫਿਰ ਦੋਵੇਂ ਤੁਰ ਪਏ। ਜਦੋਂ ਆਏ ਹਰੀਕੇ, ਜਿੱਥੇ ਹੈਡ ਬਣਿਆ, ਇਹ ਤਾਂ ਅੰਗਰੇਜ਼ ਰਾਜ ਵੇਲੇ ਬਣਿਆ, ਉਦੋਂ ਹੈਡ ਨਹੀਂ ਸੀ, ਬੇੜੀਆਂ ਚੱਲਦੀਆਂ ਸੀ ਇੱਥੇ ਪੱਤਣ ਤੇ, ਬੇੜੀਆਂ। ਉਹਨੇ ਆਖਿਆ ਵੀ ਇੱਕ ਸਵਾਰੀ ਦਾ ਆਨਾ ਦੇਣਾ ਪੈਂਦਾ ਬੇੜੀ ਵਾਲੇ ਨੂੰ, ਇਸ ਕਰਕੇ ਤੇ ਬਲਦ ਦੇ ਲੈਂਦੇ ਆ 2 ਆਨੇ, ਇੱਕ ਆਨਾ ਤੇਰਾ ਤੇ ਇੱਕ ਮੇਰਾ, ਤੇ 4 ਆਨੇ ਦੇਵਾਂਗੇ ਤੇ ਬੇੜੀ ਤੇ ਚੜ੍ਹ ਕੇ ਪਾਰ ਹੋ ਜਾਂਦੇ। ਕਹਿਣ ਲੱਗੀ 4 ਆਨੇ ਐਵੇਂ ਦੇਣੇ ਆ? ਬਲਦ ਦੀ ਪੂਛ ਫੜ ਕੇ ਲੰਘਦੀ ਮੈਂ, ਤੂੰ? ਉਹ ਕਹਿੰਦਾ ਮੰਮੀ ਫਿਰ ਪੂਛ ਫੜ ਕੇ ਲੰਘ ਜਾਂਦਾ। ਤੇ ਕਹਿੰਦੀ ਨਹੀਂ, ਤੂੰ ਬੇੜੀ 'ਚ ਬਹਿ, ਮੈਂ ਪੂਛ ਫੜ ਕੇ ਲੰਘੂਗੀ ਬਲਦ ਦੀ। ਉਹ ਉਲਟ ਕੰਮ ਕਰਦੀ ਸੀ। ਉਹ ਪੂਛ ਫੜ ਕੇ ਤੇ ਉਹ ਬੇੜੀ ਦੇ ਵਿੱਚ ਬਹਿ ਗਿਆ। ਜਦੋਂ ਪਾਰ ਹੋਈ ਅੱਧ ਵਿਚਾਲੇ ਜੇ ਜਦੋਂ ਬਲਦ ਗਿਆ ਨਾ, ਬਲਦ ਦਾ ਰੱਸਾ ਵਿੱਚ ਬੇੜੀ ਦੇ ਫੜ ਕੇ ਉਹ ਬੈਠਾ, ਬਲਦ ਨਾਲ ਤਰਦਾ ਜਾ ਰਿਹਾ, ਉਹ ਪੂਛ ਫੜ ਕੇ ਜਾ ਰਹੀ। ਜਦੋਂ ਅੱਧ ਜੇ 'ਚ ਚਲੇ ਗਿਆ ਤੇ ਬੇੜੀ ਚਲੇ ਗਈ, ਉਹ ਪੂਛ ਫੜ ਕੇ ਜਾ ਰਹੀ। ਉਹਨੇ ਆਖਿਆ ਘੁੱਟ ਕੇ ਫੜੀ, ਛੱਡ ਨਾ ਦਵੀਂ ਕਿਤੇ। ਹੁਣ ਜੋ ਵੀ ਤੰਗ ਆ ਗਿਆ ਸੀ, ਉਹਦਾ ਇਰਾਦਾ ਵੀ ਚੱਲ ਹੁਣ ਇਹਨੂੰ ਕਿਸੇ ਵੇਲੇ ਲਾ ਹੀ ਦਈਏ। ਕਹਿੰਦਾ ਘੁੱਟ ਕੇ ਫੜੀ, ਛੱਡ ਨਾ ਦਵੀਂ। ਕਹਿੰਦੀ ਐਵੇਂ ਘੁੱਟ ਕੇ ਫੜੀ, ਲੱਗੀ ਉਹ ਮੈਂ ਛੱਡਣ, ਆਹ ਛੱਡ ਦਿੱਤੀ। ਉਹ ਜਦੋਂ ਛੱਡ ਦਿੱਤੀ ਤੇ ਰੋੜ ਹੀ ਜਾਣਾ ਸੀ, ਉਹ ਰੁੜ ਗਈ, ਪਾਣੀ ਦੇ ਵਿੱਚ ਡੁੱਬ ਗਈ, ਕੰਢੇ ਲੱਗ ਗਿਆ। ਬੇੜੀ ਵਾਲੇ ਨੂੰ ਕਹਿੰਦਾ ਵੀ ਜਿੱਧਰੋਂ ਪਾਣੀ ਆਉਂਦਾ ਇੱਧਰ ਨੂੰ ਬੇੜੀ ਲੈ ਕੇ ਚੱਲ, ਇੱਧਰਲੇ ਪਾਸਿਓਂ। ਉਹ ਕਹਿੰਦਾ ਇੱਧਰ ਕਾਹਤੋਂ? ਕਹਿੰਦਾ ਤੈਨੂੰ ਪਤਾ ਨਹੀਂ ਮੇਰੇ ਘਰ ਵਾਲੀ ਰੁੜ ਗਈ ਹੈ, ਮੇਰੀ ਪਤਨੀ ਡੁੱਬ ਗਈ। ਉਹ ਕਹਿੰਦਾ ਵੀ ਆਉਣ ਨੂੰ ਰੁੜੀ, ਤੇਰੇ ਸਾਹਮਣੇ ਹੋਣੇ ਹੀ ਹਲੇ, ਪਾਣੀ 'ਚ ਰੁੜਦਾ ਤੇ ਜਾਣ ਰਿਹਾ ਆਉਣ ਨੂੰ ਪਾਣੀ। ਕਹਿੰਦਾ ਉਹ ਸਾਰੀ ਜ਼ਿੰਦਗੀ ਉਲਟ ਪਾਸੇ ਨੂੰ ਜਾਂਦੀ ਸੀ, ਅੱਜ ਵੀ ਦੂਜੇ ਪਾਸੇ ਨੂੰ ਗਈ ਹੋਣੀ ਜਿੱਧਰੋਂ ਪਾਣੀ ਆਇਆ ਸੀ। ਤੋ ਇਸ ਤਰ੍ਹਾਂ ਦਾ ਉੱਥੇ ਮਹਾਰਾਜ ਨੇ ਪੰਕਤੀਆਂ ਲਿਖੀਆਂ ਵੀ ਪਾਣੀ ਕੇ ਮੰਗਤ ਪਾਥਰ ਮਾਰਤ, ਨਾਰ ਕਿਦੋਂ ਘਰ ਨਾ ਹਰਿਆਣੀ। ਵੀ ਇਸ ਤਰ੍ਹਾਂ ਦੇ ਸੁਭਾਅ ਵਾਲੀਆਂ ਵੀ ਮਾਈਆਂ ਹੈਗੀਆਂ ਵੀ ਪਾਣੀ ਦੇ ਮੰਗਦੀਆਂ ਪੱਥਰ ਹੀ ਮਾਰਦੀਆਂ, ਵੀ ਦੇਣੀ ਤੈਨੂੰ ਪਾਣੀ, ਡੰਮ ਦੀ ਤੇਰਾ ਮੱਥਾ। ਇਸ ਤਰ੍ਹਾਂ ਦਾ ਵੀ ਹੈ। ਪਰ ਜਿੱਥੇ ਪ੍ਰੇਮ ਪਿਆਰ ਹੈ, ਉਹ ਘਰ ਜਿਹੜਾ ਹੈ ਉਹ ਫਿਰ ਸਵਰਗ ਵਰਗਾ ਘਰ ਹੈ, ਜਿੱਥੇ ਪਤੀ ਸਤੀ ਦਾ ਮੇਲ ਮਿਲਾਪ ਹੈ। ਗੁਰਮੁਖਾਂ ਦੇ ਬੋਲ ਆ, ਕਹਿੰਦੇ ਜਿੱਥੇ ਪਤੀ ਸਤੀ ਦਾ ਮੇਲ ਨਹੀਂ, ਜਿੱਥੇ ਪਤੀ ਸਤੀ ਦਾ ਜੋੜ ਨਹੀਂ, ਉੱਥੇ ਹੋਰ ਨਰਕ ਦੀ ਲੋੜ ਨਹੀਂ। ਵੀ ਜਿੱਥੇ ਪਤੀ ਸਤੀ ਦਾ, ਪਤੀ ਪਤਨੀ ਦਾ ਮੇਲ ਮਿਲਾਪ ਨਹੀਂ ਨਾ, ਸਲਾਹ ਨਹੀਂ ਹੈ, ਆਪਸ ਵਿੱਚ ਪ੍ਰੇਮ ਨਹੀਂ ਹੈ, ਉਹਨਾਂ ਨੂੰ ਹੋਰ ਨਰਕ ਲੱਭਣ ਦੀ ਲੋੜ ਨਹੀਂ। ਕਹਿੰਦੇ ਉਹ ਘਰ ਨਰਕ ਹੀ ਬਣਿਆ ਰਹਿੰਦਾ। ਤੇ ਜਿੱਥੇ ਪਤੀ ਪਤਨੀ ਦਾ ਪ੍ਰੇਮ ਪਿਆਰ ਆਪਸ ਵਿੱਚ ਇੱਕ ਇਸ਼ਟ ਹੈ, ਇੱਕ ਸਲਾਹ ਹੈ, ਤੇ ਉੱਥੇ ਫਿਰ ਸਾਧ ਸੰਗਤ ਜੀ ਉਹ ਘਰ ਤਾਂ ਸਵਰਗ ਬਣ ਜਾਂਦਾ ਹੈ। ਇਹ ਸੰਸਾਰੀ ਅਲੰਕਾਰ ਦੁਆਰਾ ਇੱਥੇ ਗੱਲ ਕਰਦੇ, ਅਸੀਂ ਜਿੰਨੇ ਵੀ ਜੀਵ ਆ ਸਾਰੇ ਇਸਤਰੀ ਰੂਪ ਹੀ ਆ। ਤੇ ਪਤੀ ਕੌਣ ਹੈ? ਪਤੀ ਪ੍ਰਮਾਤਮਾ ਹੈ। ਇਹ ਫਿਰ ਆਰੰਭ ਵਾਲੀ ਪੰਕਤੀ ਪੜੋ ਜੀ। ਮਹਾਰਾਜ ਕਹਿੰਦੇ ਜੋ ਜੀਵ ਰੂਪ ਇਸਤਰੀ ਹੈ ਨਾ, ਇਹੀ ਇਸਤਰੀ ਕਾਮਣੀ ਹੈ, ਜਿਹਦੇ ਅੰਦਰ ਕਾਮਨਾ ਹੈ ਪਰਮੇਸ਼ਰ ਪ੍ਰਮਾਤਮਾ ਪਤੀ ਦੇ ਮਿਲਾਪ ਦੀ, ਤੇ ਉਹ ਰਸ ਦੇ ਸਹਿਤ ਹੋ ਗਈ। ਜਿਸ ਜੀਵ ਰੂਪ ਇਸਤਰੀ ਦਾ ਪ੍ਰਮਾਤਮਾ ਪਤੀ ਦੇ ਚਰਨਾਂ ਕਮਲਾਂ ਨਾਲ ਪਿਆਰ ਲੱਗਾ ਹੋਇਆ, ਜਿਹਦਾ ਪਿਆਰ ਹੈ ਨਾ ਪ੍ਰਭੂ ਪਤੀ ਦੇ ਚਰਨਾਂ ਕਮਲਾਂ ਨਾਲ। ਹੁਣ ਪਰਮੇਸ਼ਰ ਦੇ ਚਰਨ ਕਮਲ ਕੀ ਹੈ? ਮਹਾਰਾਜ ਨੇ ਆਖਿਆ ਨਾਮ ਹੀ ਉਹਦਾ ਚਰਨ ਕਮਲ ਹੈ। ਚਿੱਤ ਚਰਨ ਨਾਮ ਜਾਪ ਸਾਹਿਬ ਚ ਪੜ੍ਹਦੇ ਆ, ਚਿੱਤ ਵਿੱਚ ਨਾਮ ਨੂੰ ਚੇਤੇ ਕਰਨਾ ਹੀ, ਪ੍ਰਭੂ ਦੇ ਚਰਨਾਂ ਨੂੰ ਚਿੱਤ ਵਿੱਚ ਵਸਾਉਣਾ ਹੈ। ਗੁਰੂ ਕੇ ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ, ਸ਼ਬਦ ਦਾ ਅਭਿਆਸ ਕਰਨਾ, ਸ਼ਬਦ ਨਾਲ ਜੁੜਨਾ ਹੀ ਪ੍ਰਮਾਤਮਾ ਦੇ ਚਰਨ ਹਨ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਇਹ ਹਿਰਦੇ ਰੂਪੀ ਪੱਲੇ ਦੇ ਵਿੱਚ ਬੰਨੇ ਹੋਏ ਆ। ਘੁੱਟ ਕੇ ਇਹ ਪ੍ਰੀਤ ਜਿਹੜੀ ਕੀਤੀ ਪ੍ਰਭੂ ਦੇ ਨਾਲ, ਇਹ ਚਰਨਾਂ ਕਮਲਾਂ ਨੂੰ ਫੜਿਆ ਹੋਇਆ ਹੈ। ਤੇ ਜਿਹਦਾ ਪ੍ਰਭੂ ਦੇ ਚਰਨਾਂ ਕਮਲਾਂ ਨਾਲ ਪਿਆਰ ਹੈ, ਉਹ ਜੀਵ ਰੂਪ ਇਸਤਰੀ, ਉਹ ਜਗਿਆਸੂ ਰਸ ਦੇ ਸਹਿਤ, ਆਨੰਦ ਦੇ ਸਹਿਤ ਹੈ।
ਉਸ ਜੀਵ ਦਾ, ਜੀਵ ਇਸਤਰੀ ਦਾ ਮਨ ਵੀ ਤਨ ਸਰੀਰ ਵੀ ਰੰਗਿਆ ਗਿਆ ਸੱਚ ਰੰਗ, ਸੱਚੇ ਰੰਗ ਦੇ ਨਾਲ। ਰੰਗ ਇੱਕ ਸੱਚਾ ਹੈ, ਇੱਕ ਝੂਠਾ ਹੈ। ਸਾਧ ਸੰਗਤ ਜੀ, ਜੋ ਪਦਾਰਥਾਂ ਦਾ ਰੰਗ ਹੈ, ਪਦਾਰਥਾਂ ਦਾ ਪ੍ਰੇਮ ਹੈ, ਮਾਇਆ ਦਾ ਪ੍ਰੇਮ ਹੈ, ਇਹਨੂੰ ਮਹਾਰਾਜ ਨੇ ਬਾਣੀ 'ਚ ਆਖਿਆ ਇਹ ਕੱਚਾ ਰੰਗ ਹੈ। ਰੰਗ ਤਾਂ ਇਹ ਵੀ ਹੈ, ਚਮਕ ਦਮਕ 4 ਦਿਨ ਤਾਂ ਇਹਦੀ ਵਾਹਵਾ ਰਹਿੰਦੀ ਹੈ, ਪਰ ਛੇਤੀ ਡੱਬ ਖੜੱਬਾ ਜਿਹਾ ਹੋ ਜਾਂਦਾ, ਲੈ ਜਾਂਦਾ। ਇਹਨੂੰ ਆਖਿਆ ਮਹਾਰਾਜ ਨੇ ਮਾਇਆ ਕਾ ਰੰਗ, ਇਹ ਕੱਚਾ ਰੰਗ ਹੈ। ਕੱਚਾ ਰੰਗ ਕਸੁੰਭ ਕਾ ਥੋੜੜਿਆਂ ਦਿਨ 4 ਜੀਓ। ਮਾਇਆ ਦਾ ਜਿਹੜਾ ਰੰਗ ਹੈ ਕਸੁੰਭੀ ਰੰਗ ਹੈ, ਜਿਹੜਾ ਪੱਤਿਆਂ ਚੋਂ ਕੱਢ ਕੇ ਲਾਇਆ ਜਾਂਦਾ ਬਸਤਰ ਨੂੰ, ਪਹਿਲੇ ਧੋ ਦੇ ਨਾਲ ਹੀ ਪਾਣੀ ਨੂੰ ਵੀ ਆਪਣੇ ਰੰਗ ਵਿੱਚ ਹੀ ਰੰਗ ਦਿੰਦਾ ਹੈ, ਬਸਤਰ ਤੇ ਉਹ ਲੱਥ ਜਾਂਦਾ ਹੈ। ਜਿਹੜਾ ਮਜੀਠੀ ਰੰਗ ਜੜ੍ਹਾਂ ਚੋਂ ਕੱਢ ਕੇ ਲਾਇਆ ਜਾਂਦਾ ਕੱਪੜੇ ਨੂੰ, ਕੱਪੜਾ ਹੰਡ ਜਾਂਦਾ ਹੈ, ਪੁਰਾਣਾ ਹੋ ਜਾਂਦਾ ਹੈ, ਪਾਟ ਜਾਂਦਾ ਹੈ, ਪਰ ਉਹ ਤਾਰ ਤਾਰ ਤੇ ਚੜਿਆ ਹੁੰਦਾ ਰੰਗ, ਤੰਦ ਤੰਦ ਨੂੰ ਲੱਗਾ ਹੁੰਦਾ ਹੈ। ਲੀਰੋ ਲੀਰ ਹੋ ਜਾਵੇਗਾ ਬਸਤਰ, ਪਰ ਰੰਗ ਨਹੀਂ ਲੈਂਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਮਾਇਆ ਦਾ ਰੰਗ ਤਾਂ ਛੇਤੀ ਲੈ ਜਾਣ ਵਾਲਾ, ਜਿਹੜਾ ਨਾਮ ਦਾ ਰੰਗ ਜਿਨ੍ਹਾਂ ਨੂੰ ਰੰਗਿਆ ਗਿਆ ਨਾ, ਜਿਨ੍ਹਾਂ ਦਾ ਹਿਰਦਾ ਰੰਗਿਆ ਗਿਆ, ਜਿਨ੍ਹਾਂ ਦਾ ਮਨ ਰੰਗਿਆ ਗਿਆ, ਜਿਨ੍ਹਾਂ ਦਾ ਤਨ ਰੰਗਿਆ ਗਿਆ ਸੱਚੇ ਨਾਮ ਰੰਗ ਦੇ ਵਿੱਚ, ਉਹਨਾਂ ਦਾ ਸਰੀਰ ਰੂਪੀ ਬਸਤਰ ਭਾਵੇਂ ਫਟ ਗਿਆ, ਪੁਰਾਣਾ ਹੋ ਗਿਆ, ਚੀਥੜੇ ਚੀਥੜੇ ਹੋ ਗਿਆ, ਪੁਰਜਾ ਪੁਰਜਾ ਹੋ ਗਿਆ, ਪਰ ਰੰਗ ਨਹੀਂ ਲੱਥਾ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਇਹਨੂੰ ਆਖਿਆ ਹੈ ਲਾਲ ਰੰਗ, ਇਹਨੂੰ ਆਖਿਆ ਹੈ ਪੱਕਾ ਰੰਗ, ਇਹਨੂੰ ਆਖਿਆ ਹੈ ਮਜੀਠੀ ਰੰਗ। ਲੱਗਦਾ ਕਿਹਨਾਂ ਨੂੰ ਹੈ? ਜਿਨ੍ਹਾਂ ਦੇ ਵੱਡੇ ਭਾਗ ਹੋਣ। ਲਾਲ ਰੰਗ ਤਿਸ ਕਉ ਲੱਗਾ, ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ, ਨਹਿ ਲਾਗੈ ਦਾਗਾ। ਇਹ ਰੰਗ ਲੱਗਾ ਸੀ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ, ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ। ਮਾਤਾ ਪਿਤਾ ਨਾਮ ਬਾਣੀ ਵਿੱਚ ਰੰਗੇ ਹੋਏ, ਉਹਨਾਂ ਤੋਂ ਹੀ ਗੁਰਸਿੱਖੀ ਦੀ ਗੁੜਤੀ ਪ੍ਰਾਪਤ ਹੋਈ। ਪਰਿਵਾਰ ਵਿੱਚੋਂ ਹੀ ਬਚਪਨ 'ਚ ਹੀ ਨਾਮ ਜਪਣਾ ਆਰੰਭ ਕੀਤਾ, ਬਾਣੀ ਪੜ੍ਹਨੀ ਆਰੰਭ ਕੀਤੀ। ਭਾਈ ਸਾਹਿਬ ਦੇ ਪਿਤਾ ਜੀ ਧਰਮ ਯੁੱਧਾਂ ਵਿੱਚ ਚੜ੍ਹਾਈ ਕਰ ਗਏ, ਸ਼ਹੀਦ ਹੋ ਗਏ। ਹੁਣ ਵਿਧਵਾ ਮਾਤਾ ਹੈ ਤੇ ਭੈਣ ਜੀ ਹੈ ਬੀਬੀ ਕਰਤਾਰ ਕੌਰ ਜੀ। ਉਹਨਾਂ ਦਿਨਾਂ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਿਆ ਕਰਦੇ ਸਨ। ਜ਼ਕਰੀਆ ਖਾਨ ਲਾਹੌਰ ਦਾ ਸੂਬਾ, ਸਿੰਘ ਜੰਗਲਾਂ ਵਿੱਚ, ਪਹਾੜਾਂ ਵਿੱਚ, ਵੱਖ-ਵੱਖ ਥਾਵਾਂ ਤੇ ਰਹਿੰਦੇ। ਉਹ ਜਿਹੜਾ ਸਮਾਂ ਸੀ ਜਿਹਨੂੰ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਵਾਂਝੇ ਹੋ ਗਏ ਗੁਰਧਾਮਾਂ ਤੋਂ ਸਿੱਖ ਪਿਆਰੇ। ਗੁਰਧਾਮਾਂ ਦੇ ਦਰਸ਼ਨ ਵੀ ਭਾਗਾਂ ਵਾਲੇ ਉਹ ਕਦੇ ਕਦੇ ਆ ਕੇ ਕਰਦੇ ਸੀ, ਕਿਉਂਕਿ ਭਾਈ ਮਣੀ ਸਿੰਘ ਜੀ ਨੇ ਯਤਨ ਕੀਤਾ ਸੀ ਕਿ ਬੰਦੀ ਛੋੜ ਦਿਵਸ ਤੇ ਸਾਰੇ ਸਿੱਖਾਂ ਨੂੰ ਅੰਮ੍ਰਿਤਸਰ ਸਾਹਿਬ ਇਕੱਤਰ ਕੀਤਾ ਜਾਵੇ, ਪਰ ਫਿਰ ਵੀ ਉਹਨਾਂ ਜ਼ਾਲਮਾਂ ਦੀ ਨੀਤ ਬਦਲ ਗਈ ਸੀ ਕਿ ਇੱਥੇ ਹੁਣ ਸਿੱਖਾਂ ਨੂੰ ਇਕੱਠਿਆਂ ਨੂੰ ਹੀ ਮਾਰ ਦੇਵਾਂਗੇ, ਗੋਲੀਆਂ ਚਲਾ ਕੇ, ਤੋਪਾਂ ਬੀੜ ਕੇ। ਆਖਿਆ ਸੀ ਅੱਗੇ ਪਿੱਛੇ ਆ ਕਰਕੇ ਦਰਸ਼ਨ ਕਰ ਗਏ। ਜੰਗਲਾਂ 'ਚ ਰਹਿੰਦੇ, ਵੱਖ-ਵੱਖ ਥਾਵਾਂ 'ਤੇ ਰਹਿੰਦੇ। ਜਿਹੜੇ ਕਿਰਤੀ ਸਿੱਖ ਸੀ ਉਹ ਗ੍ਰਸਤ ਵਿੱਚ ਰਹਿ ਕੇ ਆਪਣੀ ਖੇਤੀਬਾੜੀ ਕਰਦੇ, ਆਪਣਾ ਸਮਾਂ ਸਫਲਾ ਕਰਦੇ, ਪਰ ਬਹੁਤੇ ਜੰਗਲਾਂ ਵਿੱਚ ਸਿੰਘ ਰਹਿੰਦੇ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਪਿਆ ਕਰਦੇ ਸੀ। ਮਾਤਾ ਨੇ ਤੇ ਭੈਣ ਨੇ ਪ੍ਰਸ਼ਾਦੇ ਤਿਆਰ ਕਰ ਦੇਣੇ, ਤੇ ਹਨੇਰੇ ਸਵੇਰੇ ਜਦੋਂ ਸਮਾਂ ਲੱਗਣਾ, ਪਤਾ ਲੱਗਣਾ ਵੀ ਇੱਥੇ ਇੱਕ ਸਿੰਘ ਆਏ ਹੋਏ ਆ। ਭਾਈ ਤਾਰੂ ਸਿੰਘ ਜੀ ਨੇ ਪ੍ਰਸ਼ਾਦਿਆਂ ਵਾਲਾ ਟੋਕਰਾ ਸੀਸ ਤੇ ਰੱਖਣਾ ਤੇ ਦਾਲ ਸਬਜ਼ੀ ਬਾਲਟੀ ਵਿੱਚ ਪਾਉਣੀ ਤੇ ਜਾ ਕੇ ਸਿੰਘਾਂ ਨੂੰ ਪ੍ਰਸ਼ਾਦੇ ਛਕਾਓ। ਜੰਡਿਆਲੇ ਦਾ ਸੀ ਹਰਭਗਤ ਨਿਰੰਜਨੀਆ ਉਹਦਾ ਨਾਮ ਲਿਖਿਆ। ਉਹਨੇ ਜਾ ਕੇ ਚੁਗਲੀ ਕੀਤੀ ਜ਼ਕਰੀਏ ਖਾਨ ਕੋਲੇ, ਕਹਿੰਦਾ ਵੀ ਸੂਬਾ ਸਾਹਿਬ ਤੁਸੀਂ ਕਹਿੰਦੇ ਹੋ ਸਿੱਖੀ ਨੂੰ ਮੁਕਾ ਦੇਣਾ, ਜਿੰਨਾ ਚਿਰ ਤਾਰੂ ਸਿੰਘ ਵਰਗੇ ਪਿੰਡਾਂ 'ਚ ਬੈਠੇ ਸਿੱਖੀ ਨਹੀਂ ਮੁੱਕਦੀ ਉਹਨਾਂ ਚਿਰ। ਉਹਨੇ ਆਖਿਆ ਤਾਰੂ ਸਿੰਘ ਕੀ ਕਰਦਾ? ਤਾਰੂ ਸਿੰਘ ਬਾਗੀਆਂ ਨੂੰ ਪਨਾਹ ਦਿੰਦਾ ਹੈ, ਤਾਰੂ ਸਿੰਘ ਸਿੰਘਾਂ ਨੂੰ ਪ੍ਰਸ਼ਾਦੇ ਛਕਾਉਂਦਾ। ਜਾ ਕੇ ਸਿਪਾਹੀ ਭੇਜ ਦਿੱਤੇ, ਕਹਿੰਦੇ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਜਾਵੇ। ਭਾਈ ਸਾਹਿਬ ਜੀ ਨੂੰ ਆ ਕਰਕੇ ਹੱਥ ਘੜੀਆਂ ਲਾ ਲਈਆਂ। ਚੜ੍ਹਦੀ ਜਵਾਨੀ ਵਿੱਚ ਭਾਈ ਤਾਰੂ ਸਿੰਘ ਬਚਪਨ 'ਚੋਂ ਬਾਣੀ ਦਾ ਨਿਤਨੇਮ ਆਰੰਭ ਕੀਤਾ ਸੀ, ਤੇ ਹੁਣ ਚੜ੍ਹਦੀ ਜਵਾਨੀ ਦੇ ਵਿੱਚ ਆ ਤੇ ਭਾਈ ਸਾਹਿਬ ਜੀ 21 ਜਪਜੀ ਸਾਹਿਬ ਦੇ ਪਾਠ ਰੋਜ਼ ਕਰਿਆ ਕਰਦੇ ਸਨ। 5 ਬਾਣੀਆਂ ਦਾ ਨਿਤਨੇਮ, ਹੋਰ ਬੇਅੰਤ ਬਾਣੀ ਦਾ ਜਾਪ ਕਰਿਆ ਕਰਦੇ, ਗੁਰ ਮੰਤਰ ਮੂਲ ਮੰਤਰ ਦਾ ਅਭਿਆਸ ਕਰਿਆ ਕਰਦੇ। ਤੇ ਆਪਣੇ ਨਗਰ ਪੂਲੇ ਨਗਰ ਦੇ ਵਿੱਚ ਭਾਈ ਤਾਰੂ ਸਿੰਘ ਜੀ ਨੇ ਕਈਆਂ ਨੌਜਵਾਨਾਂ ਨੂੰ ਬਾਣੀ ਦੀ ਸੰਥਿਆ ਕਰਾਈ, ਕਈਆਂ ਬੱਚਿਆਂ ਨੂੰ ਬਾਣੀ ਦੀ ਸੰਥਿਆ ਕਰਾਈ, ਕਈਆਂ ਬਜ਼ੁਰਗਾਂ ਨੂੰ ਗੁਰਬਾਣੀ ਦੀ ਸੰਥਿਆ ਕਰਾਈ।
ਕਈਆਂ ਭੈਣਾਂ ਨੂੰ, ਕਈਆਂ ਮਾਤਾਵਾਂ ਨੂੰ ਗੁਰਬਾਣੀ ਦੀ ਸੰਥਿਆ ਕਰਾ ਕੇ ਗੁਰਬਾਣੀ ਨਾਲ ਭਾਈ ਤਾਰੂ ਸਿੰਘ ਜੀ ਨੇ ਜੋੜਿਆ। ਜਿਸ ਵੇਲੇ ਭਾਈ ਸਾਹਿਬ ਨੂੰ ਲੈ ਕੇ ਜਾਣ ਲੱਗੇ, ਨਗਰ ਇਕੱਠਾ ਹੋ ਗਿਆ। ਕਹਿੰਦੇ ਤਾਰੂ ਸਿੰਘਾ ਤੈਨੂੰ ਨਹੀਂ ਜਾਣ ਦੇਵਾਂਗੇ, ਤੇਰੇ ਥਾਂ ਤੇ ਭਾਵੇਂ ਸਾਨੂੰ ਜਾਨਾਂ ਕਿਉਂ ਨਾ ਕੁਰਬਾਨ ਕਰਨੀਆਂ ਪੈਣ। ਪਰ ਭਾਈ ਸਾਹਿਬ ਨੇ ਸਾਰਿਆਂ ਅੱਗੇ ਹੱਥ ਜੋੜੇ। ਸਾਰੇ ਪ੍ਰੇਮ ਕਰਦੇ ਸੀ, ਸਾਰੇ ਮੁਹੱਬਤ ਕਰਦੇ ਸੀ ਭਾਈ ਤਾਰੂ ਸਿੰਘ ਜੀ ਦੇ ਨਾਲ। ਉਹਨਾਂ ਆਖਿਆ ਵੀ ਗੁਰੂ ਕੇ ਪਿਆਰਿਓ, ਠੀਕ ਹੈ ਤੁਸੀਂ ਕੁਰਬਾਨੀਆਂ ਕਰਕੇ ਵੀ ਮੈਨੂੰ ਛੁਡਾ ਲਾਓਗੇ, ਪਰ ਜ਼ਕਰੀਆ ਖਾਨ ਬੜਾ ਜ਼ਾਲਮ ਹੈ, ਸੂਬਾ ਲਾਹੌਰ ਦਾ, ਸਾਰੇ ਆਪਣੇ ਨਗਰ ਨੂੰ ਦੁੱਖ ਭੋਗਣਾ ਪਵੇਗਾ। ਮੈਂ ਕਿਹੜਾ ਕੋਈ ਚੋਰੀ ਕਰਦਾ ਵਾਂ ਜਾਂ ਕੋਈ ਮਾੜਾ ਕੰਮ ਕਰਦਾ ਜਾਂ ਬੇਈਮਾਨੀ ਜਾਂ ਕੋਈ ਠੱਗੀ ਮਾਰਦਾ ਹਾਂ, ਤੇ ਮੈਂ ਕੋਈ ਬੁਰਾ ਕੰਮ ਨਹੀਂ ਕਰਦਾ, ਇਸ ਕਰਕੇ ਮੈਂ ਲਾਹੌਰ ਜਾਵਾਂਗਾ, ਮੈਨੂੰ ਕੋਈ ਡਰ ਹੀ ਨਹੀਂ। ਭਾਈ ਸਾਹਿਬ ਜੀ ਨੂੰ ਲੈ ਕੇ ਜਾਣ ਲੱਗੇ, ਸੰਗਤ ਨੂੰ ਆਪ ਭਾਈ ਸਾਹਿਬ ਨੇ ਰੋਕਿਆ ਕਿ ਭੜਾਣੇ ਨਗਰ ਦੀ ਸੰਗਤ ਫੇਰ ਭਾਈ ਸਾਹਿਬ ਨੂੰ ਛਡਾਉਣ ਵਾਸਤੇ ਤਿਆਰ ਹੋਈ ਸੀ। ਉਹਨਾਂ ਅੱਗੇ ਵੀ ਬੇਨਤੀ ਕਰਕੇ ਜਦੋਂ ਗਏ, ਜ਼ਕਰੀਏ ਖਾਨ ਨੇ ਆਖਿਆ, ਉਹ ਤਾਰੂ ਸਿੰਘਾ ਤੂੰ ਬਾਗੀਆਂ ਨੂੰ ਪਨਾਹ ਦੇਣਾ ਹੈ, ਤੂੰ ਸਿੰਘਾਂ ਨੂੰ ਪ੍ਰਸ਼ਾਦੇ ਛਕਾਉਣਾ ਹੈ, ਤੂੰ ਆਪ ਵੀ ਸਰਕਾਰ ਦਾ ਬਾਗੀ ਹੋ ਰਿਹਾ ਹੈ ਤੂੰ। ਭਾਈ ਤਾਰੂ ਸਿੰਘ ਨੇ ਆਖਿਆ ਵੀ ਮੈਂ ਗੁਰੂ ਕਾ ਸਿੰਘ ਵਾਂ, ਗੁਰੂ ਕਾ ਸਿੱਖ ਹਾਂ, ਧਰਮ ਦੀ ਕਿਰਤ ਕਰਦਾ, ਜਿਹੜਾ ਮੇਰੇ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਮੈਂ ਉਹ ਕੰਮ ਕਰਦਾ। ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਨਾਮ ਜਪਣਾ। ਇਸ ਕਰਕੇ ਧਰਮ ਦੀ ਕਿਰਤ ਕਰਕੇ ਮੈਂ ਵੰਡ ਕੇ ਛਕਦਾ ਵਾਂ। ਮੇਰੇ ਘਰ ਵਿੱਚ ਕੋਈ ਲੋੜਵੰਦ ਆ ਜਾਵੇ, ਮੈਂ ਨਹੀਂ ਵੇਖਦਾ ਇਹ ਗੁਰੂ ਕਾ ਸਿੱਖ ਹੈ, ਹਿੰਦੂ ਹੈ ਜਾਂ ਮੁਸਲਮਾਨ ਹੈ। ਮੈਂ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ, ਪਿਆਸੇ ਨੂੰ ਪਾਣੀ ਛਕਾਉਣਾ, ਜਲ ਛਕਾਉਣਾ ਵਾ, ਲੋੜਵੰਦ ਦੀ ਮਦਦ ਕਰਦਾ ਵਾਂ, ਇਹ ਮੇਰਾ ਧਰਮ ਹੈ, ਇਹ ਕੰਮ ਮੈਂ ਕਰਦਾ। ਕਹਿਣ ਲੱਗੇ ਵੀ ਜਾਂ ਤੇ ਤੂੰ ਮੁਸਲਮਾਨ ਹੋ ਜਾ, ਸਿੱਖੀ ਛੱਡ ਦੇ, ਕਲਮਾ ਪੜ੍ਹ ਲਾ, ਨਹੀਂ ਤਾਂ ਤੈਨੂੰ ਫਿਰ ਮਾਰ ਦਿੱਤਾ ਜਾਵੇਗਾ। ਭਾਈ ਸਾਹਿਬ ਕਹਿੰਦੇ ਸਿੱਖੀ ਤਾਂ ਮੈਂ ਛੱਡ ਨਹੀਂ ਸਕਦਾ, ਇਹ ਮੇਰੇ ਵੱਸ ਦੀ ਗੱਲ ਨਹੀਂ ਸਿੱਖੀ ਨੂੰ ਛੱਡਣਾ, ਸਿੱਖੀ ਸਤਿਗੁਰਾਂ ਦੀ ਹੈ। ਫਿਰ ਭਾਈ ਤਾਰੂ ਸਿੰਘ ਨੂੰ ਚਰਖੜੀ ਤੇ ਚਾੜਿਆ ਗਿਆ। ਚਰਖੜੀ ਤੇ ਇਤਿਹਾਸ ਵਿੱਚ ਲਿਖਿਆ, ਖੋਪਰਾ ਲਾਉਣ ਤੋਂ ਪਹਿਲਾਂ ਚਰਖੜੀ ਤੇ ਚਾੜ ਦਿੱਤਾ ਗਿਆ। ਚਰਖੜੀ ਤੇ ਚਾੜ ਕੇ ਤੇ ਹੁਣ ਤਾਂ ਚਰਖੜੀ ਦਾ ਨਾਮ ਹੀ ਚਰਖੀਆਂ ਹੀ ਆਖਣ ਲੱਗ ਪਏ ਕਿ ਚਰਖੇ ਤੇ ਚਾੜਦੇ ਸੀ ਉਹ ਭਲਾ, ਵੀ ਚਰਖੀ ਤੇ ਜਾਂ ਨਿੱਕੀ ਜੀ ਚਰਖੀ ਤੇ ਵੀ ਇਹ ਚਰਖਾ ਕੱਤ ਲਓ। ਚਰਖੜੀਆਂ, ਚਰਖੜੀ ਦੇ ਉੱਤੇ ਚਾੜਿਆ ਗਿਆ ਤੇ ਭਾਈ ਸਾਹਿਬ ਜੀ ਦੇ ਹੱਡੀਆਂ ਪਸਲੀਆਂ ਸਰੀਰ ਦੀਆਂ ਤੋੜ ਦਿੱਤੀਆਂ ਜ਼ਾਲਮਾਂ। ਪਰ ਸਵਾਸ ਚੱਲ ਰਹੇ ਭਾਈ ਸਾਹਿਬ ਜੀ। ਫਿਰ ਕਹਿਣ ਲੱਗੇ ਵੀ ਇਹ ਜਿਹੜੀ ਸਿੱਖੀ ਦਾ ਤੈਨੂੰ ਮਾਣ ਹੈ ਨਾ, ਲਾਹੌਰ ਦਾ ਜ਼ਕਰੀਆ ਖਾਨ ਕਹਿੰਦਾ ਜੁੱਤੀਆਂ ਮਾਰ ਮਾਰ ਕੇ ਤਾਰੂ ਸਿੰਘਾ ਤੇਰੇ ਕੇਸ ਝਾੜ ਦਿਆਂਗਾ, ਤੇਰੇ ਕੇਸ ਕੱਟ ਦਿੱਤੇ ਜਾਣਗੇ। ਨਾਈ ਬੁਲਾ ਲਿਆ ਗਿਆ ਕੇਸ ਕੱਟਣ ਵਾਸਤੇ। ਲਿਖਿਆ ਇਤਿਹਾਸ ਵਿੱਚ, ਭਾਈ ਤਾਰੂ ਸਿੰਘ ਨੇ ਅਰਦਾਸ ਕੀਤੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਅੱਗੇ ਵੀ ਇਹ ਜ਼ਾਲਮ ਨੇ ਸਿੰਘਾਂ ਤੇ ਬੜਾ ਤਸ਼ੱਦਦ ਢਾਇਆ ਹੈ, ਬਹੁਤ ਤਸੀਹੇ ਦਿੱਤੇ ਆ। ਸਰੀਰਕ ਤਸੀਹਿਆਂ ਦਾ ਕੋਈ ਦੁੱਖ ਨਹੀਂ, ਆਪ ਜੀ ਦੇ ਭਾਣੇ ਵਿੱਚ ਝੱਲਾਂਗਾ, ਪਰ ਮਹਾਰਾਜ ਬੜਾ ਵੱਡਾ ਦੁੱਖ ਹੋਵੇਗਾ ਜੇ ਮੇਰੇ ਕੇਸ ਕੱਟੇ ਗਏ। ਕੇਸ ਨਾ ਕੱਟੇ ਜਾਣ। ਮੈਂ ਰੋਜ਼ ਅਰਦਾਸ ਕਰਦਾ ਨਿਤਨੇਮ ਤੋਂ ਬਾਅਦ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਸਤਿਗੁਰੂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਇਓ। ਇਹ ਅਰਦਾਸ ਕੀਤੀ ਤੇ ਜ਼ਕਰੀਆ ਖਾਨ ਨੂੰ ਆਖਿਆ, ਉਹ ਜ਼ਕਰੀਆ ਖਾਨਾ ਜ਼ਾਲਮਾ ਦੁਸ਼ਟਾ, ਤੂੰ ਗੁਰੂ ਕੀ ਮੋਹਰ ਨੂੰ ਕਹਿਣਾ ਜੁੱਤੀਆਂ ਮਾਰਾਂਗਾ, ਕੇਸਾਂ ਨੂੰ ਜੁੱਤੀਆਂ ਤੇਰੇ ਸਿਰ ਵਿੱਚ ਵੱਜਣਗੀਆਂ, ਤੈਨੂੰ ਦੋਜਕ ਵਿੱਚ ਪਾ ਕੇ, ਨਰਕਾਂ ਵਿੱਚ ਪਾ ਕੇ ਫੇਰ ਹੀ ਮੈਂ ਸਰੀਰ ਛੱਡਾਂਗਾ। ਉਹਨੂੰ ਵਿਸ਼ਵਾਸ ਸੀ ਭਾਈ ਤਾਰੂ ਸਿੰਘ ਜੀ ਨੂੰ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਉੱਤੇ ਇੰਨਾ ਭਰੋਸਾ, ਗੁਰੂ ਕਾ ਭਗਤ, ਗੁਰੂ ਕਾ ਸਿੰਘ। ਫਿਰ ਭਾਈ ਸਾਹਿਬ ਜੀ ਦੇ ਕੇਸ ਕੱਟਣ ਲੱਗੇ ਤੇ ਅਰਦਾਸ ਦੀ ਕਲਾ ਵਰਤੀ। ਭਾਈ ਤਾਰੂ ਸਿੰਘ ਦੇ ਕੇਸ ਨਹੀਂ ਕੈਂਚੀ ਕੱਟ ਸਕੀ, ਲਿਖਿਆ ਇਤਿਹਾਸ ਦੇ ਵਿੱਚ। ਨਾਈ ਕਹਿੰਦਾ ਵੀ ਇਹ ਕੈਂਚੀ ਕੰਮ ਹੀ ਨਹੀਂ ਕਰਦੀ, ਇਹ ਤਾਂ ਇੰਜ ਲੱਗਦਾ ਭਾਈ ਤਾਰੂ ਸਿੰਘ ਦੇ ਕੇਸ ਤਾਰਾਂ ਹੀ ਬਣ ਗਈਆਂ ਜਿਵੇਂ ਲੋਹੇ ਦੀਆਂ। ਕਹਿੰਦਾ ਵੀ ਜੇ ਕੇਸ ਨਹੀਂ ਕੱਟੇ ਜਾਂਦੇ ਤੇ ਇਹਦਾ ਖੋਪਰ ਹੀ ਲਾ ਦਿਓ, ਸਿਰ ਦਾ ਅੱਧਾ ਹਿੱਸਾ ਮੋਚੀ ਨੂੰ ਬੁਲਾ ਕਰਕੇ ਤੇ ਫਿਰ ਖੋਪਰ ਉਤਾਰ ਦਿੱਤਾ ਗਿਆ ਭਾਈ ਤਾਰੂ ਸਿੰਘ ਜੀ ਦਾ। ਕਹਿਣ ਲੱਗਾ ਇਸ ਨੂੰ ਚੁੱਕ ਕੇ ਚੌਂਕ ਵਿੱਚ ਸੁੱਟ ਦਿਓ। ਨਿਖਾਸ ਖਾਂ ਚੌਂਕ ਦੇ ਵਿੱਚ ਭਾਈ ਤਾਰੂ ਸਿੰਘ ਜੀ ਨੂੰ ਸੁੱਟ ਦਿੱਤਾ ਗਿਆ। ਉੱਥੇ ਚੌਂਕੜਾ ਲਾ ਲਿਆ ਭਾਈ ਸਾਹਿਬ ਜੀ ਨੇ।
ਜਪਜੀ ਸਾਹਿਬ ਦੇ ਪਾਠ ਕਰ ਰਿਹਾ, 21 ਜਪਜੀ ਸਾਹਿਬਾਂ ਦਾ ਜਿਸ ਦਾ ਨਿਤਨੇਮ ਸੀ, ਹੋਰ ਬੇਅੰਤ ਬਾਣੀ ਪੜ੍ਹਦਾ ਸੀ, ਜਿਹਦੇ ਰੋਮ ਰੋਮ ਵਿੱਚ ਗੁਰੂ ਕੀ ਬਾਣੀ, ਗੁਰੂ ਕੀ ਸਿੱਖੀ ਵਸੀ ਹੋਈ। ਉਸੇ ਦਿਨ ਹੀ ਫਿਰ ਜ਼ਕਰੀਏ ਖਾਨ ਨੂੰ ਬੰਨ ਪੈ ਜਾਣਾ ਪਿਸ਼ਾਬ ਦਾ, ਸ਼ਵੇਗ ਸਿੰਘ ਨੂੰ ਬੇਨਤੀ ਕਰਨੀ ਕਿ ਤਾਰੂ ਸਿੰਘ ਦਾ ਸਰਾਫ ਲੱਗ ਗਿਆ ਮੈਨੂੰ। ਲੰਮਾ ਇਤਿਹਾਸ ਹੈ। ਸਿੰਘਾਂ ਕੋਲੇ ਜਾਣਾ ਸ਼ਵੇਗ ਸਿੰਘ ਜੀ ਨੇ, ਸਿੰਘਾਂ ਨੇ ਆਖਣਾ ਭਾਈ ਤਾਰੂ ਸਿੰਘ ਨੇ ਤਾਂ ਨਹੀਂ ਸੀ ਕੋਈ ਬਚਨ ਕਿਹਾ, ਆਖਿਆ ਜੀ ਭਾਈ ਤਾਰੂ ਸਿੰਘ ਨੇ ਆਖਿਆ ਸੀ ਪਾਪੀਆ ਤੇਰੇ ਸਿਰ 'ਚ ਜੁੱਤੀਆਂ ਮਾਰ ਕੇ ਤੈਨੂੰ ਨਰਕਾਂ 'ਚ ਪਾ ਕੇ ਫਿਰ ਮੈਂ ਸਰੀਰ ਛੱਡਾਂਗਾ। ਕਹਿੰਦੇ ਫਿਰ ਭਾਈ ਤਾਰੂ ਸਿੰਘ ਦਾ ਜੋੜਾ ਲੈ ਕਰਕੇ ਉਹਦੇ ਸਿਰ 'ਚ ਮਾਰਨਾ ਚਾਹੀਦਾ, ਤਾਂ ਉਹਦਾ ਬੰਨ ਖੁੱਲੇਗਾ। ਭਾਈ ਤਾਰੂ ਸਿੰਘ ਦੇ ਚਰਨਾਂ ਨੂੰ ਜੋੜਾ ਲਾ ਕੇ ਸ਼ਵੇਗ ਸਿੰਘ ਫਿਰ ਹੌਲੀ ਹੌਲੀ ਮਾਰਦਾ, ਸੂਬਾ ਸੀ ਨਾ ਸਰਹੰਦ ਦਾ। ਉਹਨੂੰ ਕਹਿੰਦਾ ਜੀ ਸਿੰਘਾਂ ਨੇ ਆਖਿਆ ਆਹ ਕਰਨਾ ਪਵੇਗਾ। ਕਹਿੰਦਾ ਮੇਰੇ ਸਿਰ 'ਚ ਮਾਰ, ਮੇਰਾ ਬਹੁਤ ਦੁੱਖ ਤਕਲੀਫ ਆ, ਪਿਸ਼ਾਬ ਰੁਕਿਆ ਪਿਆ ਵਾ, ਬੰਨ ਪਿਆ ਵਾ। ਜਦੋਂ ਸਿਰ 'ਚ ਥੋੜਾ ਥੋੜਾ ਮਾਰਿਆ ਨਾ, ਕਹਿੰਦਾ ਵੀ ਆਰਾਮ ਆਉਂਦਾ ਵਾ, ਬੰਨ ਖੁੱਲਦਾ ਵਾ, ਥੋੜਾ ਜਿਹਾ ਹੋਰ ਜ਼ੋਰ ਨਾ ਮਾਰ, ਹੋਰ ਜ਼ੋਰ ਨਾ ਮਾਰ। 21 ਦਿਨ ਜੁੱਤੀਆਂ ਖਾ, ਹੋ ਗਿਆ ਮਗਜ ਖਾਣ ਦਾ ਪੋਲਾ। 21 ਦਿਨ ਜੁੱਤੀਆਂ ਖਾਧੀਆਂ ਤੇ 22ਵੇਂ ਦਿਨ ਜਿਹੜਾ ਉਹ ਨਰਕਾਂ ਨੂੰ ਚਲੇ ਗਿਆ ਜ਼ਕਰੀਆ ਖਾਨ। ਫਿਰ ਸਿੰਘਾਂ ਨੇ ਆ ਕੇ ਦੱਸਿਆ ਵੀ ਭਾਈ ਸਾਹਿਬ ਤੁਹਾਡਾ ਬਚਨ ਪੂਰਾ ਹੋਇਆ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਉਹ ਸਾਧੂ ਗੁਰੂ ਕਾ ਪਿਆਰਾ, ਸਿੱਖ ਗੁਰੂ ਕਾ ਪਿਆਰਾ। ਵੇਖੋ 22 ਦਿਨ ਖੋਪਰੇ ਲੱਥੇ ਤੋਂ ਬੈਠਾ ਰਿਹਾ ਚੌਂਕੜਾ ਲਾ। ਕੋਈ ਡਾਕਟਰ ਨਹੀਂ ਇਹ ਗੱਲ ਮੰਨਦਾ, ਕੋਈ ਸਾਇੰਸਦਾਨ ਨਹੀਂ ਇਹ ਗੱਲ ਮੰਨਦਾ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਖੋਪਰੇ ਲੱਥੇ ਤੋਂ 22 ਦਿਨ ਬੈਠਾ ਰਿਹਾ। 22ਵੇਂ ਦਿਨ ਜਦੋਂ ਸਿੰਘਾਂ ਨੇ ਦੱਸਿਆ ਵੀ ਜ਼ਕਰੀਆ ਖਾਨ ਪਾਪੀ ਮਰ ਗਿਆ, ਤੇ ਭਾਈ ਸਾਹਿਬ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਆਖਿਆ ਹੁਣ ਮੈਨੂੰ ਵੀ ਆਗਿਆ ਦਿਓ, ਮੈਂ ਵੀ ਜਾਵਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ। ਫਤਿਹ ਗਜਾ ਕੇ ਭਾਈ ਤਾਰੂ ਸਿੰਘ ਜੀ ਫਿਰ ਸ਼ਹਾਦਤ ਪ੍ਰਾਪਤ ਕਰ ਗਏ, ਜਿਨ੍ਹਾਂ ਨੂੰ ਸੱਚਾ ਰੰਗ ਲੱਗਾ ਹੋਇਆ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਐਤ ਹੈ ਸੂਰਾ। ਮਹਾਰਾਜ ਸਾਹਿਬ ਜੀ ਕਹਿੰਦੇ ਮਨ ਤਨ ਰੱਤਾ ਸੱਚ ਰੰਗ, ਉਹਨਾਂ ਗੁਰਮੁਖਾਂ ਦਾ ਮਨ ਤੇ ਤਨ ਸੱਚੇ ਰੰਗ ਵਿੱਚ ਰੰਗਿਆ ਹੋਇਆ ਹੈ। ਇੱਕੋ ਹੀ ਉਹਨਾਂ ਨੂੰ ਨਾਮ ਦਾ ਆਸਰਾ ਹੈ, ਸੱਚਾ ਆਸਰਾ, ਜਿਸ ਆਸਰੇ ਦੇ ਨਾਲ ਉਹਨਾਂ ਦੀਆਂ ਭੁੱਖਾਂ ਹੀ ਸਾਰੀਆਂ ਦੂਰ ਹੋ ਗਈਆਂ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤਹੁ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਇੱਕੋ ਨਾਮ ਦਾ ਹੀ ਉਹਨਾਂ ਨੂੰ ਆਧਾਰ ਹੈ, ਨਾਮ ਦਾ ਹੀ ਆਸਰਾ ਹੈ। ਐਸੇ ਗੁਰਮੁਖਾਂ ਨੂੰ ਫਿਰ ਮਾਇਆ ਦੇ ਜਿਹੜੇ ਰੰਗ ਤਮਾਸ਼ੇ, ਮਾਇਆ ਦੇ ਚੋਜ ਤਮਾਸ਼ੇ ਪਦਾਰਥਾਂ ਦੇ, ਤੇ ਵਿਖਿਆ ਵਿਸ਼ੇ ਵਿਕਾਰਾਂ ਦਾ ਵੀ ਨਾਮ ਹੈ। ਵਿਸ਼ੇ ਵਿਕਾਰਾਂ ਦੇ ਰੰਗ ਜਿਹੜੇ ਆ ਇਹ ਕੂੜਾਵੇ ਆ, ਕੂੜੇ ਦਿਸਦੇ ਆ, ਝੂਠੇ ਦਿਸਦੇ ਹਨ। ਇਹ ਮਾਇਆ ਰਚਕ ਪਦਾਰਥ ਤੇ ਵਿਸ਼ੇ ਵਿਕਾਰ ਸਾਰੇ ਉਹਨਾਂ ਨੂੰ ਸਵਾ ਰੂਪ ਦਿਸਦੇ ਆ। ਇਹ ਸ਼ਾਰ, ਇਹ ਤਾਂ ਸਵਾ ਰੂਪ ਹਨ ਤੇ ਜੀਵਨ ਨੂੰ ਸਵਾ ਰੂਪ ਕਰਨ ਵਾਲੇ ਹਨ। ਹਰੀ ਪਰਮੇਸ਼ਰ ਦੇ ਨਾਮ ਦੀ ਜੋ ਅੰਮ੍ਰਿਤ ਬੂੰਦ ਹੈ ਉਹ ਸੋਭਨੀਕ ਹੈ। ਸਤਿਗੁਰਾਂ ਨਾਲ ਮਿਲ ਕਰਕੇ ਐਸੇ ਗੁਰਮੁਖ ਪਿਆਰੇ ਉਹ ਪੀਵਨਹਾਰ, ਪੀਣ ਵਾਲੇ ਬਣੇ ਆ। ਸਾਧ ਸੰਗਤ ਨਾਲ ਮਿਲ ਕਰਕੇ ਨਾਮ ਦੀ ਸਵੰਤੀ ਬੂੰਦ ਪੀਣ ਵਾਲੇ ਬਣੇ ਆ। ਨਾਮ ਦੀ ਅੰਮ੍ਰਿਤ ਬੂੰਦ ਉਹਨਾਂ ਨੇ ਪੀਤੀ ਹੈ ਸਾਧੂ ਜਨਾਂ ਨਾਲ, ਗੁਰਮੁਖਾਂ ਨਾਲ ਮਿਲ ਕਰਕੇ। ਜਿਸ ਬੂੰਦ ਦੇ ਬਾਰੇ ਮਹਾਰਾਜ ਨੇ ਆਖਿਆ ਇੱਕ ਕਣੀ ਇਹ ਪ੍ਰਾਪਤ ਹੋ ਜਾਵੇ, ਇਹਦੀ ਮਹਿਮਾ ਹੀ ਨਹੀਂ ਬਿਆਨ ਕੀਤੀ ਜਾ ਸਕਦੀ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਜਿਸ ਪਰਮੇਸ਼ਰ ਦੇ ਨਾਮ ਦੀ ਬੂੰਦ ਸੋਭਨੀਕ ਹੈ, ਉਹ ਪਰਮੇਸ਼ਰ ਕੈਸਾ ਹੈ? ਪੰਜਵੇਂ ਪਾਤਸ਼ਾਹ ਕਹਿੰਦੇ ਉਹਦੀ ਸੱਤਾ ਦੇ ਨਾਲ ਸਾਰੇ ਜੰਗਲ ਤ੍ਰਿਣ ਘਾਦਿਕ ਪ੍ਰਭੂ ਦੀ ਸੱਤਿਆ ਦੇ ਨਾਲ ਹੀ ਮੌਲਿਆ ਹੋਇਆ ਹੈ, ਖਿੜਿਆ ਹੋਇਆ ਹੈ। ਉਹ ਸਰਬ ਕਲਾ ਸਮਰੱਥ ਹੈ, ਪੁਰਖ ਵਿਆਪਕ ਹੈ, ਅਪਾਰ ਪਾਰਾਵਾਰ ਤੋਂ ਰਹਿਤ ਹੈ। ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ।
ਜਿਹਦੀ ਚੇਤਨ ਸੱਤਾ ਦੇ ਨਾਲ ਵਣ, ਇਹ ਸਰੀਰ, ਤਿੰਨ ਇੰਦਰੀਏ, ਇਹ ਸਾਰੇ ਖਿੜੇ ਹੋਏ ਹਨ। ਉਹ ਸਰਬ ਕਲਾ ਸਮਰੱਥ ਹੈ, ਜੋ ਕਰਨਾ ਚਾਹੇ ਉਹ ਕਰਨ ਦੀ ਸਮਰੱਥਾ ਰੱਖਦਾ ਹੈ। ਹਰਨ ਭਰਨ ਜਾ ਕਾ ਨੇਤਰ ਫੋਰ, ਇਸ ਕਾ ਮੰਤਰ ਨਾ ਜਾਣੈ ਹੋਰ। ਉਹਦੇ ਮੰਤਰ ਨੂੰ, ਉਹਦੇ ਮਸ਼ਵਰੇ ਨੂੰ ਕੋਈ ਦੂਜਾ ਜਾਣ ਹੀ ਨਹੀਂ ਸਕਦਾ। ਇੱਕ ਖਿਣ ਵਿੱਚ ਹੀ ਹੋਰ ਤੋਂ ਹੋਰ ਕੁਝ ਕਰ ਦਿੰਦਾ। ਖਿਨ ਮਹਿ ਅਵਰ ਖਿਨੈ ਮਹਿ ਅਵਰਾ, ਅਚਰਜ ਚਲਤ ਤੁਮਾਰੇ, ਰੂੜੋ ਗੂੜੋ ਗਹਿਰ ਗੰਭੀਰੋ, ਉੱਚਾ ਅਗਮ ਅਪਾਰੇ। ਐਸਾ ਉਹ ਅਪਾਰ ਬੇਅੰਤ ਹੈ। ਹਰ ਮਿਲਣੈ ਤੋ ਮਨ ਲੋਚਨਾ। ਮਹਾਰਾਜ ਕਹਿੰਦੇ ਜਗਿਆਸੂ ਦਾ ਐਸੇ ਹਰੀ ਨੂੰ ਮਿਲਣ ਵਾਸਤੇ ਮਨ ਲੋਚਦਾ ਹੈ। ਮਨ ਵਿੱਚ ਲੋਚਾ ਲੱਗੀ ਹੋਈ ਹੈ, ਇੱਛਾ ਲੱਗੀ ਹੋਈ ਹੈ। ਧਰਮ ਮਿਲਾਵਣ ਹਾਰ। ਪਰ ਸ੍ਰੇਸ਼ਟ ਕਰਮ ਹੀ, ਵੱਡੇ ਭਾਗ ਹੀ ਉਸ ਪ੍ਰਭੂ ਦੇ ਨਾਲ ਮਿਲਾਉਣ ਵਾਲੇ ਹਨ। ਕਰਮ ਗੁਰੂ ਕੀ ਕਿਰਪਾ ਹੀ, ਬਖਸ਼ਿਸ਼ ਹੀ ਮਿਲਾਉਣ ਵਾਲੀ ਹੈ। ਸਖੀਏ ਪ੍ਰਭ ਪਾਇਆ। ਜਿਨ੍ਹਾਂ ਜੀਵ ਰੂਪ ਸਖੀਆਂ ਨੇ, ਸਹੇਲੀਆਂ ਨੇ ਪ੍ਰਭੂ ਪਤੀ ਨੂੰ ਪ੍ਰਾਪਤ ਕੀਤਾ ਹੈ ਮਨੁੱਖਾ ਜਨਮ ਵਿੱਚ, ਤਿਨ ਕੈ ਸਤ ਬਲਿਹਾਰ। ਉਹਨਾਂ ਤੋਂ ਮਹਾਰਾਜ ਕਹਿੰਦੇ ਸਦਾ ਹੀ ਬਲਿਹਾਰ ਜਾਂਦੇ ਆ, ਸਦਾ ਹੀ ਸਦਕੇ ਜਾਂਦੇ ਆ ਜਿਨ੍ਹਾਂ ਨੂੰ ਪ੍ਰਭੂ ਪ੍ਰਾਪਤ ਹੋ ਗਿਆ ਹੈ। ਨਾਨਕ ਹਰਿ ਜੀ ਮਇਆ ਕਰ। ਇਸ ਕਰਕੇ ਭਾਈ ਸਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੀਦੀ ਹੈ, ਇਹ ਹਰੀ ਜੀ, ਵਾਹਿਗੁਰੂ ਜੀ, ਸਾਡੇ ਤੇ ਵੀ ਮਇਆ ਕਰੋ, ਸਾਡੇ ਤੇ ਵੀ ਮਿਹਰ ਕਰੋ। ਭਗਤ ਸਵਾਰਨ ਹਾਰ। ਆਪ ਜੀ ਮਿਹਰ ਕਰਕੇ ਆਪਣੇ ਸ਼ਬਦ ਨਾਲ ਸਾਡੇ ਚਿੱਤ ਨੂੰ ਜੋੜ ਕੇ ਸਾਨੂੰ ਵੀ ਸਵਾਰ ਦਿਓ ਮਹਾਰਾਜ। ਆਪ ਜੀ ਦਾ ਸ਼ਬਦ ਹੀ ਸਵਾਰਨਹਾਰ ਹੈ। ਸਭ ਜ਼ਿੰਦਗੀਆਂ ਨੂੰ, ਸਭ ਜੀਵਨ ਨੂੰ ਆਪ ਜੀ ਦਾ ਸ਼ਬਦ ਹੀ ਸਵਾਰਨ ਵਾਲਾ ਹੈ। ਆਪ ਕਿਰਪਾ ਕਰਕੇ ਮਹਾਰਾਜ ਸਾਡੇ ਜੀਵਨ ਨੂੰ, ਸਾਡੇ ਹਿਰਦੇ ਨੂੰ ਵੀ ਸਵਾਰ ਦਿਓ। ਸਾਵਣ ਦਿਨਾ ਸੁਹਾਗਣੇ। ਸਾਵਣ ਦੇ ਮਹੀਨੇ ਦੁਆਰਾ ਮਹਾਰਾਜ ਕਹਿੰਦੇ ਕਿ ਤਿੰਨਾਂ ਜੀਵ ਰੂਪ ਸੁਹਾਗਣਾ ਨੂੰ ਇਹ ਸਾਵਣ ਦਾ ਮਹੀਨਾ ਆਰੰਭ ਹੋਇਆ ਸੋਭਨੀਕ ਹੈ, ਖੁਸ਼ੀਆਂ ਭਰਿਆ ਸੁਹਾਵਣਾ ਹੈ। ਜਿਨ ਰਾਮ ਨਾਮ ਗੁਰਹਾਰ। ਜਿਨ੍ਹਾਂ ਜੀਵ ਰੂਪ ਇਸਤਰੀਆਂ ਦੇ ਔਰ ਹਿਰਦੇ ਦੇ ਵਿੱਚ ਸਰਬ ਵਿਆਪਕ ਦੇ ਨਾਮ ਦਾ ਹਾਰ ਪਾਇਆ ਹੋਇਆ, ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਦਾ ਹਾਰ ਬਣਾਇਆ ਹੈ ਨਾ, ਕੰਠ ਦਾ ਭੂਖਣ ਬਣਾਇਆ ਹੋਇਆ ਹੈ, ਭਾਵ ਹਰ ਵੇਲੇ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਜਪਦੇ ਰਹਿੰਦੇ ਆ, ਪ੍ਰਭੂ ਦਾ ਨਾਮ ਜਪਦੇ ਰਹਿੰਦੇ ਹਨ, ਉਹਨਾਂ ਦਾ ਇਹ ਸਾਵਣ ਦਾ ਮਹੀਨਾ ਸੋਭਨੀਕ ਹੈ, ਉਹ ਸੁਹਾਗਣਾ ਹਨ। ਉਹਨਾਂ ਨੂੰ ਪਤੀ ਪ੍ਰਮਾਤਮਾ ਦਾ ਮਿਲਾਪ ਹਾਸਲ ਹੋਇਆ ਹੈ ਔਰ ਉਹਨਾਂ ਦਾ ਇਹ ਜੀਵਨ ਰੂਪੀ ਵੀ ਸਾਵਣ ਦਾ ਮਹੀਨਾ ਸੋਭਨੀਕ ਹੈ। ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ। ਨਾਨਕ ਹਰਿ ਜੀ ਮਇਆ ਕਰ। ਸਬਦ ਸਵਾਰਨ ਹਾਰ। ਸਾਵਣ ਦਿਨਾ ਸੁਹਾਗਣੀ। ਜਿਨ ਰਾਮ ਨਾਮ ਔਰ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।